ਵਿੱਚ ਗੁਰਮਤਿ ਵਿਚਾਰਾਂ ਜੋ ਅਸੀਂ ਚਲਾਈਆਂ ਸਨ, ਸ਼ੁਰੂ ਕੀਤੀ ਹੈ ਪਿਛਲੇ ਕੁਝ ਦਿਨਾਂ ਤੋਂ। ਅੱਜ ਜਿੰਨੇ ਵੀ ਪਾਰਟਿਸਪੈਂਟ ਹਨ ਸਾਰਿਆਂ ਨੂੰ ਜੀ ਆਇਆਂ। ਸਭ ਤੋਂ ਪਹਿਲਾਂ ਰੋਜ਼ ਦੀ ਤਰ੍ਹਾਂ ਮੂਲ ਮੰਤਰ ਤੇ ਗੁਰ ਮੰਤਰ ਦਾ ਜਾਪ ਕਰਾਂਗੇ। ਉਸ ਤੋਂ ਬਾਅਦ ਕਲਾਸ ਦੀ ਆਰੰਭਤਾ ਹੋਏਗੀ। ਸਾਰਿਆਂ ਨੂੰ ਬੇਨਤੀ ਹੈ, ਸਾਵਧਾਨਤਾ ਦੇ ਵਿੱਚ ਆ ਜਾਓ। ਆਪਾਂ ਮੂਲ ਮੰਤਰ ਤੇ ਗੁਰ ਮੰਤਰ ਦਾ ਪਾਠ ਕਰਕੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਸਦਕਾ ਸਾਰਿਆਂ ਨੂੰ ਸੱਚੇ ਪਾਤਸ਼ਾਹ ਜੀ ਨੇ ਉਦਮ ਬਖਸ਼ਿਸ਼ ਕੀਤਾ ਮਿਲ ਬੈਠ ਕੇ। ਇਸ ਸਮੇਂ ਦੇ ਵਿੱਚ ਜਦੋਂ ਸਾਰੇ ਪਾਸੇ ਲਾਕਡਾਊਨ ਹੈ, ਜੋ ਅਸੀਂ ਘਰਾਂ 'ਚ ਬੰਦ ਹਾਂ, ਪੰਜਾਬ ਦੀ ਧਰਤੀ 'ਤੇ ਕਰਫਿਊ ਲੱਗਾ ਹੋਇਆ ਹੈ। ਇੱਥੇ ਸਾਡੇ ਭਾਵੇਂ ਲਾਕਡਾਊਨ ਵੀ ਨਹੀਂ ਹੈ, ਪਰ ਸੋਸ਼ਲ ਡਿਸਟੈਂਸ ਹੋਣ ਕਰਕੇ ਸਿਰਫ 10 ਤੋਂ 15% ਲੋਕ ਹੀ ਸੜਕ 'ਤੇ ਹਨ। ਨਿਊਯਾਰਕ ਸ਼ਹਿਰ ਦੇ ਵਿੱਚ 85 ਤੋਂ 90% ਲੋਕ ਜਿਹੜੇ ਹਨ ਉਹ ਘਰਾਂ 'ਚ ਬੈਠੇ ਆ। ਉਸ ਸਮੇਂ ਦੇ ਵਿੱਚ ਸਾਧ ਸੰਗਤ ਵਿੱਚ ਜਾਣਾ, ਅੱਜ ਕੱਲ੍ਹ ਗੁਰਦੁਆਰਾ ਸਾਹਿਬ ਦੇ ਸਾਰੇ ਪ੍ਰੋਗਰਾਮ ਵੀ ਇੱਥੇ ਕੈਂਸਲ ਹਨ। ਉਹ ਸੋਚ ਕੇ ਇਹ ਗੁਰਮਤਿ ਕਲਾਸ ਆਪਾਂ ਆਰੰਭ ਕੀਤੀ ਸੀ। ਸਾਡੀ ਸਤਸੰਗਤ ਜਿਹੜੀ ਹੈ ਉਹ ਗੁਰੂ ਦੀ ਗੱਲ, ਗੁਰੂ ਦੀ ਵਿਚਾਰ, ਗੁਰੂ ਦੇ ਦੱਸੇ ਮਾਰਗ 'ਤੇ ਚੱਲਣ ਦੀ ਜੁਗਤੀ ਮਿਲ ਬੈਠ ਕੇ ਆਪਾਂ ਇਹਨੂੰ ਸਤਸੰਗਤ ਰੂਪੀ ਕਲਾਸ ਹੀ ਕਹਿੰਦੇ ਹਾਂ। ਇਹਦੇ ਵਿੱਚ ਕੋਈ ਸਿੱਖਣ ਸਿਖਾਉਣ ਦਾ ਮਸਲਾ ਨਹੀਂ ਹੈ ਕਿ ਕੋਈ ਤੁਹਾਨੂੰ ਸਿਖਾਉਣ ਵਾਲਾ ਹੈ ਤੇ ਕੋਈ ਸਿਖਿਆਰਥੀ ਹਨ। ਜਿੰਨੀ ਬੁੱਧ ਮਾਲਕ ਨੇ ਬਖਸ਼ਿਸ਼ ਕੀਤੀ ਹੈ, ਹਰ ਬੰਦਾ ਗਿਆਨਵਾਨ ਹੈ, ਬੁੱਧੀ ਰੱਖਦਾ ਹੈ, ਲੇਕਿਨ ਮਾਲਕ ਨੇ ਜਿੰਨੀ ਕੁ ਬੁੱਧ ਬਖਸ਼ਿਸ਼ ਕੀਤੀ ਹੈ ਉਸ ਮੁਤਾਬਕ ਸਿੱਧ ਗੋਸ਼ਟ ਦੀ ਬਾਣੀ ਜਿਹੜੀ ਹੈ ਉਹਦੀ ਵਿਚਾਰ ਆਪਾਂ ਆਰੰਭ ਕੀਤੀ ਸੀ। ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਹਾਂ ਕਿ ਸਿੱਧ ਗੋਸ਼ਟ ਕਈ ਵਾਰੀ ਪਾਠ ਕੀਤਾ, ਕਈ ਵਾਰੀ ਸੁਣਿਆ, ਪ੍ਰਮਾਣ ਵੀ ਇਸ ਬਾਣੀ 'ਚੋਂ ਦਿੱਤੇ ਵਿਚਾਰਾਂ ਕਰਦਿਆਂ ਸੰਗਤ ਵਿੱਚ, ਪਰ ਇਸ ਬਾਣੀ ਦੀ ਕਥਾ ਵਿਆਖਿਆ ਪਹਿਲੀ ਵਾਰੀ ਕਰਨ ਦਾ ਮੌਕਾ ਮਿਲਿਆ। ਆਪ ਸਮਝਣ ਦਾ ਤੇ ਆਪ ਜੀ ਨਾਲ ਆਪਣੀ ਸਮਝੀ ਹੋਈ ਚੀਜ਼ ਨੂੰ ਸਮਝਾਉਣ ਦੀ ਜਿਹੜੀ ਗੱਲ ਹੈ ਉਹ ਪਹਿਲੀ ਵਾਰੀ ਕਰਨ ਦਾ ਮੌਕਾ ਮਿਲਿਆ। ਮੈਨੂੰ ਬੜੀ ਖੁਸ਼ੀ ਵੀ ਹੁੰਦੀ ਹੈ, ਪ੍ਰਸੰਨਤਾ ਵੀ ਹੁੰਦੀ ਹੈ ਕਿ ਕਮ ਸੇ ਕਮ ਇਸ ਸਮੇਂ ਦੇ ਵਿੱਚ ਜਦੋਂ ਦੁਨੀਆ ਤਰਾਹ ਕਰ ਰਹੀ ਹੈ, ਤਰਾਸਦੀ ਪਈ ਹੈ, ਕਿਸੇ ਢੰਗ ਨਾਲ ਕਿਸੇ ਤਰੀਕੇ ਦੇ ਨਾਲ ਇੱਕ ਸੰਸਾਰ ਵਿੱਚ ਦੁਬਾਰਾ ਸੁੱਖ ਸ਼ਾਂਤੀ ਆਵੇ, ਅਸੀਂ ਗੁਰੂ ਦੀ ਗੱਲ ਕਰਕੇ ਆਪਣੇ ਜੀਵਨ ਨੂੰ ਚੜ੍ਹਦੀ ਕਲਾ 'ਚ ਲੈ ਕੇ ਜਾਣ ਲਈ ਇਕੱਠੇ ਹੁੰਦੇ ਹਾਂ। ਇਹ ਮੇਰੇ ਮਨ 'ਚ ਇੱਕ ਪ੍ਰਸੰਨਤਾ ਵੀ ਹੈ
ਕਿ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਬਾਣੀ ਸੁਣਦੇ ਹਾਂ, ਬਾਣੀ ਵਿਚਾਰਦੇ ਹਾਂ, ਜ਼ਰੂਰੀ ਬਾਤ ਹੈ ਕਿ ਉਹਦੇ ਨਾਲ ਮਨ ਅੰਦਰ ਜ਼ਰੂਰ ਚੜ੍ਹਦੀ ਕਲਾ ਆਉਂਦੀ ਹੈ ਔਰ ਇਹ ਆਈਆਂ ਹੋਈਆਂ ਮੁਸੀਬਤਾਂ ਨੂੰ ਟਾਕਰਾ ਕਰਨ ਦੇ ਅੰਦਰ ਜੁਗਤੀ ਪੈਦਾ ਹੋ ਜਾਂਦੀ ਹੈ। ਮੁਸੀਬਤ ਨੇ ਆਉਣਾ ਹੀ ਹੈ, ਇਹ ਨਾ ਸੋਚੀਏ ਮੁਸੀਬਤ ਨਹੀਂ ਆਉਣੀਆਂ। ਜੀਵਨ ਹੈ ਤੇ ਜੀਵਨ ਕਾਲ ਵਿੱਚ ਮੁਸੀਬਤਾਂ ਆਉਣਗੀਆਂ, ਦੁੱਖ ਆਉਣਗੇ, ਪਰ ਦੁੱਖ ਨੂੰ ਸੁੱਖ ਵਿੱਚ ਕਿੱਦਾਂ ਤਬਦੀਲ ਕਰਕੇ ਅਸੀਂ ਜ਼ਿੰਦਗੀ ਜੀਣੀ ਹੈ, ਇਹ ਗੱਲ ਗੁਰੂ ਦੀ ਬਾਣੀ ਹੀ ਸਿਖਾਉਂਦੀ ਹੈ। ਉਹਦੇ ਲਈ ਆਪਾਂ ਰੋਜ਼ ਉਦਮ ਕਰਦੇ ਹਾਂ ਕਿ ਆਪਾਂ ਸੁੱਖ ਦੇ ਵਿੱਚ ਕਿਵੇਂ ਜ਼ਿੰਦਗੀ ਬਤੀਤ ਕਰ ਸਕਦੇ ਹਾਂ। ਪੋਜ਼ਿਟਿਵ ਥਿੰਕਿੰਗ, ਚੜ੍ਹਦੀ ਕਲਾ ਕਿਵੇਂ ਸਾਡਾ ਹੋ ਸਕਦਾ ਹੈ, ਇਹ ਸਾਰੀ ਵਿਚਾਰ ਜਿਹੜੀ ਹੈ ਅਸੀਂ ਕਰ ਸਕਦੇ, ਇਹ ਕਰ ਰਹੇ ਹਾਂ। ਇਹ ਮੇਰੀ ਬੇਨਤੀ ਹੈ ਕਿ ਆਪਾਂ ਇਕਾਗਰਚਿਤ ਹੋ ਕੇ ਇਸ ਵਿਚਾਰਧਾਰਾ ਨੂੰ ਅੱਗੇ ਕਰੀਏ ਤੇ ਤਾਂ ਕਿ ਸਾਡੇ ਸੁਣਨ ਦਾ, ਆਪਸ ਬੈਠਣ ਦਾ, ਵਿਚਾਰਨ ਦਾ ਇਹ ਜਿਹੜਾ ਮਕਸਦ ਹੈ ਪੂਰਾ ਹੋ ਜਾਏ। ਕੱਲ 7ਵੀਂ ਪੌੜੀ ਤੱਕ ਅਸੀਂ ਵਿਆਖਿਆ ਕੀਤੀ ਸੀ, ਵਿਚਾਰ ਕੀਤੀ ਸੀ। ਯੋਗ ਮਤ ਦਾ ਜਿਹੜਾ ਸਿਧਾਂਤ ਗੋਰਖ ਦਾ ਚੇਲਾ ਲੋਹਾ ਰੀਪਾ, ਉਹ 7ਵੀਂ ਪੌੜੀ ਦੇ ਵਿੱਚ ਆਪਣੇ ਮਤ ਦੀ ਗੱਲ ਸਮਝਾ ਰਿਹਾ। 7ਵੀਂ ਪੌੜੀ ਦੇ ਵਿੱਚ ਉਹਨੇ ਗੱਲ ਕੀਤੀ ਸੀ ਵੀ ਪਾਤਸ਼ਾਹ ਜੀ, ਤੁਸੀਂ ਕਹਿੰਦੇ ਹੋ ਮਨ ਨੂੰ ਕਾਬੂ ਕਰਨਾ ਚਾਹੀਦਾ ਹੈ। ਜਦੋਂ ਮਨ ਸਹਿਜ ਵਿੱਚ ਆ ਜਾਏ ਤਾਂ ਪਤਾ ਲੱਗ ਜਾਂਦਾ ਗੁਰੂ ਮਿਲ ਪਿਆ। ਜਿਹੜੀ 6ਵੀਂ ਪੌੜੀ ਦੇ ਵਿੱਚ ਗੱਲ ਸੀ ਗੁਰੂ ਪਾਤਸ਼ਾਹ ਨੇ ਜਿਹੜੀ ਸਮਝਾਈ ਸੀ ਸਾਨੂੰ, ਕਿ ਜਦੋਂ 6ਵੀਂ ਪੌੜੀ 'ਚ ਆ ਜਾਏ, ਉਦੋਂ 6ਵੀਂ ਪੌੜੀ 'ਚ ਆਪਾਂ ਵਿਚਾਰ ਕੀਤੀ ਸੀ ਵੀ ਜਦੋਂ ਇਹ ਮਨ ਚਲ ਤੋਂ ਸੱਚ ਘਰ ਵੈਸੈ, ਨਾਨਕ ਨਾਮ ਆਧਾਰੋ, ਆਪੇ ਮੇਲ ਮਿਲਾਏ ਕਰਤਾ ਲਾਗੇ ਸੱਚ ਪਿਆਰੋ। ਇਹ ਅਸੀਂ ਤਕਰੀਬਨ 6ਵੀਂ ਪੌੜੀ 'ਚ ਗੁਰੂ ਪਾਤਸ਼ਾਹ ਦਾ ਸਿਧਾਂਤ ਦੇਖਿਆ, ਵਿਚਾਰ ਕੀਤਾ ਸੀ। ਜਦੋਂ ਉਹਨੇ ਪੁੱਛਿਆ ਸੀ ਚਰਪਟ ਨੇ, ਮਾਲਕ ਸੱਚੇ ਹੁਣ ਸਵਾਮੀ ਕਹਿ ਕੇ ਨਿਮਰਤਾ ਚ ਆ ਕੇ ਪਹਿਲਾਂ ਡਰਾਣਾ ਧਮਕਾਉਣਾ ਚਾਹੁੰਦਾ ਸੀ, ਪਰ ਜਦੋਂ ਗੁਰੂ ਸਾਹਿਬ ਦੀਆਂ ਦਲੀਲਾਂ ਸੁਣੀਆਂ ਤਾਂ ਹੁਣ ਪੂਰੀ ਨਿਮਰਤਾ ਉਹਦੇ ਮਨ ਚ ਆਈ। ਹੁਣ ਇਹ ਕਹਿਣ ਲੱਗ ਪਿਆ, ਇਹ ਸਵਾਮੀ ਜੀ, ਤੁਸੀਂ ਸਾਡੀ ਅਰਦਾਸ ਬੇਨਤੀ ਨੂੰ ਇੱਕ ਸੁਣੋ ਤੇ ਸਾਨੂੰ ਇੱਕ ਵਿਚਾਰ ਦੱਸੋ, ਸਹੀ ਵਿਚਾਰ ਦੱਸੋ। ਉਹ ਵਿਚਾਰ ਇਹ ਹੈ ਕਿ ਗੁਰੂ ਦਾ ਦਰ ਕਿਵੇਂ ਪ੍ਰਾਪਤ ਹੁੰਦਾ। ਫਿਰ ਅੱਗੇ ਇਹ ਪਤਾ ਕਿਵੇਂ ਲੱਗੇ ਸਾਨੂੰ ਵੀ ਸਾਨੂੰ ਗੁਰੂ ਦਾ ਦਰ ਮਿਲ ਗਿਆ, ਗੁਰੂ ਮਿਲ ਗਿਆ, ਇਹ ਕਿਵੇਂ ਅਹਿਸਾਸ ਹੋ ਜਾਏ, ਕਿਵੇਂ ਮਹਿਸੂਸ ਹੋ ਜਾਏ। ਗੁਰੂ ਪਾਤਸ਼ਾਹ ਨੇ ਅੱਗੋਂ ਵਿਚਾਰ ਦਿੱਤਾ ਸੀ ਕਿ ਜਦੋਂ ਇਹ ਚੰਚਲ ਮਨ ਪ੍ਰਭੂ ਦੀ ਯਾਦ ਵਿੱਚ ਜੁੜਿਆ ਰਹੇ, ਇਹਦੇ ਅੰਦਰ ਹੋਰ ਫੁਰਨੇ ਨਾ ਪਰਨ, ਇਹ ਸੰਕਲਪ ਵਿਕਲਪ ਨਾ ਕਰੇ, ਜਦੋਂ ਜ਼ਿੰਦਗੀ ਦਾ ਆਧਾਰ ਬਣ ਜਾਏ, ਆਸਰਾ ਬਣ ਜਾਏ, ਤਾਂ ਇਹੋ ਜਿਹਾ ਜਦੋਂ ਪਿਆਰ ਸੱਚੇ ਪ੍ਰਭੂ ਨਾਲ ਬਣ ਜਾਏ ਤਾਂ ਉਦੋਂ ਪਤਾ ਲੱਗਦਾ ਹੈ ਕਿ ਸਾਡਾ ਮਨ ਜਿਹੜਾ ਹੈ ਉਹ ਕੰਟਰੋਲ ਵਿੱਚ ਆ ਗਿਆ, ਕਾਬੂ ਵਿੱਚ ਆ ਗਿਆ, ਕਿ ਉਦੋਂ ਸਾਨੂੰ ਜੁਗਤੀ ਜਿਹੜੀ ਹੈ ਸਮਝ ਆਉਂਦੀ ਹੈ। ਅਗਲੇ ਜਿਹੜੇ ਪੌੜੇ ਹੁਣ 7ਵੀਂ 'ਚ ਲੋਹਾ ਰੀਪਾ, ਜਿਹੜਾ ਗੋਰਖ ਦਾ ਚੇਲਾ ਹੈ, ਜਦੋਂ ਚਰਪਟ ਨੇ ਗੱਲਾਂ ਪੁੱਛ ਲਈਆਂ ਤੇ ਦੇਖਿਆ ਵੀ ਗੱਲ ਬਣਦੀ ਨਹੀਂ ਨਜ਼ਰ ਆਉਂਦੀ, ਕੋਲ ਬੈਠੇ, ਕਿਉਂਕਿ ਇਸ ਚਰਚਾ ਦੇ ਵਿੱਚ ਬਹੁਤ ਜੋਗੀ ਸਨ, ਕਿਉਂਕਿ ਮਛਿੰਦਰ ਤੇ ਕਈਆਂ ਦੇ ਨਾਂ ਹੋਰ ਵੀ ਆਉਂਦੇ ਜਾਣਗੇ, ਪਰ ਇਹ ਨਹੀਂ ਵੀ ਜਿਹਨਾਂ ਦੇ ਨਾਂ ਆਏ ਆ ਉਨੇ ਕੁ ਜੋਗੀ ਸਨ। ਵੱਡੀ ਗਿਣਤੀ ਜੋਗੀਆਂ ਦੀ ਸਿੱਧਾਂ ਦੀ ਇੱਥੇ ਆਉਂਦੀ ਹੈ। ਜਦੋਂ ਅਚਲ ਬਟਾਲੇ ਸ਼ਿਵਰਾਤਰੀ ਦੇ ਮੇਲੇ ਦੇ ਉੱਤੇ ਉਹ ਸਾਰੇ ਇਸ ਮੇਲੇ ਦੇ ਵਿੱਚ ਆ ਕੇ ਗੁਰੂ ਸਾਹਿਬ ਨੂੰ ਘੇਰਾ ਪਾ ਕੇ ਬੈਠ ਗਏ ਆਸ-ਪਾਸ। ਹੁਣ ਉਹਨਾਂ ਦੇ ਸਵਾਲ ਕਰਦੇ ਤਾਂ ਹੁਣ ਲੋਹਾ ਰੀਪਾ ਨੇ ਅਗਲਾ ਸਵਾਲ ਕੀਤਾ ਵੀ ਅੱਗੇ ਤਾਂ ਬਾਲਾ ਬਾਲਾ ਕਹਿ ਕੇ ਗੱਲ ਕੀਤੀ ਵੀ ਬੱਚਿਆ ਬਾਲ ਕੇ ਤੈਨੂੰ ਕਿਹੜਾ ਪਤਾ ਕੁਛ, ਪਰ ਦੇਖਿਆ ਜਵਾਬ ਇਹੋ ਜਿਹੇ ਨੇ ਕਿ ਜਿਹੜੇ ਸਾਡੀ ਸਮਝ ਵਿੱਚ ਵੀ ਨਹੀਂ ਆਉਂਦੇ। ਹੁਣ ਬੇਨਤੀ ਕਰਕੇ ਗੁਰੂ ਪਾਤਸ਼ਾਹ ਦੇ ਅੱਗੇ ਇਹ ਗੱਲ ਕੀਤੀ ਵੀ ਹੇ ਮਾਲਕ ਸਾਡੀ ਅਰਦਾਸ ਸੁਣ, ਸਾਡੀ ਬੇਨਤੀ ਸੁਣ। ਤੇ ਫਿਰ ਉਹ ਕੀ ਕਿ ਲੋਹਾ ਰੀਪਾ ਕੀ ਕਹਿਣ ਲੱਗਾ ਵੀ ਪਾਤਸ਼ਾਹ ਤੁਹਾਡਾ ਜਵਾਬ ਸੁਣ ਲਿਆ, ਜਵਾਬ ਸੁਣ ਕੇ ਦੇਖ ਲਿਆ ਵੀ ਅਸੀਂ ਤਾਂ, ਤੁਸੀਂ ਕਹਿੰਦੇ ਹੋ ਵੀ ਮਨ ਨੂੰ ਖਚਤ ਨਹੀਂ ਕਰਨਾ ਚਾਹੀਦਾ, ਅਸੀਂ ਤਾਂ ਪਹਿਲਾਂ ਹੀ ਸੰਸਾਰ ਛੱਡ ਦਿੱਤਾ, ਤਿਆਗ ਦਿੱਤਾ। ਅਸੀਂ ਤਾਂ ਇਹਨਾਂ ਤੋਂ ਹਾਟੀ ਬਾਟੀ ਦੋਨਾਂ ਤੋਂ ਨਰਾਲੇ ਰਹਿੰਦੇ ਹਾਂ। ਬਾਟੀ ਦੇ ਅਰਥ ਕੱਲ ਆਪਾਂ ਵਿਚਾਰ ਕੀਤੀ ਸੀ, ਬਾਅਦ ਵਿੱਚ ਕਲਾਸ ਦੇ ਜਿਹੜੇ ਕੁਐਸਚਨ ਆਨਸਰ ਹੋਏ ਸਨ, ਬਹੁਤ ਕੋਸ਼ਿਸ਼ਕਾਰਾਂ ਨੇ ਇਹਨੂੰ ਬਾੜ ਦਾ ਰਸਤਾ ਲਿਖਿਆ, ਕਹਿੰਦੇ ਸਾਡਾ ਤਾਂ ਰਸਤਾ ਹੀ ਤੁਹਾਡੇ ਤੋਂ ਅਲੱਗ ਹੈ, ਤੁਸੀਂ ਘਰ ਬਣਾ ਚ ਰਹਿੰਦੇ ਹੋ ਤੇ ਸਾਡੀ ਬਾਟ ਵੱਖਰੀ ਹੈ, ਸਾਡਾ ਰਸਤਾ ਜਿਹੜਾ ਵੱਖਰਾ ਹੈ, ਅਸੀਂ ਤਾਂ ਨਰਾਲੇ ਆ ਇਹਨਾਂ ਤੋਂ, ਸਾਡਾ ਰਸਤਾ ਵੀ ਵੱਖਰਾ, ਘਰ-ਬਾਰ ਅਸੀਂ ਤਿਆਗ ਦਿੱਤਾ, ਰੁੱਖਾਂ ਦੇ ਥੱਲੇ ਅਸੀਂ, ਜੰਗਲ ਦੇ ਰੁੱਖਾਂ ਦੇ ਥੱਲੇ ਅਸੀਂ ਜਾ ਕੇ ਟਿਕਾਣਾ ਕਰਦੇ ਹਾਂ, ਰੁੱਖਾਂ ਦੇ ਵਿੱਚ ਅਸੀਂ ਰਹਿੰਦੇ ਹਾਂ। ਤੇ ਅਸੀਂ ਜਿਹੜੀਆਂ ਕੰਧ ਮੂਲ ਭਾਵ ਜਿਹੜੀਆਂ ਜੜ੍ਹਾਂ ਵਾਲੀਆਂ ਚੀਜ਼ਾਂ, ਜਾਂ ਇਹ ਕਹਿ ਲਓ ਗਾਜਰਾਂ ਮੂਲੀਆਂ ਜਾਂ ਹੋਰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਜੋ ਵੀ ਜੜ੍ਹਾਂ ਵਾਲੀਆਂ ਚੀਜ਼ਾਂ ਕੱਲ ਵਿਚਾਰ ਹੋਈ, ਉਹ ਅਸੀਂ ਖਾ ਕੇ ਆਪਣਾ ਆਹਾਰ ਕਰ ਲੈਂਦੇ ਹਾਂ। ਸਾਨੂੰ
ਕੋਈ ਹੋਰ ਗੱਲ ਕਰਨ ਦੀ ਲੋੜ ਨਹੀਂ ਹੈ। ਅਸੀਂ ਅਸੀਂ ਤਾਂ ਹੁਣ ਇਹਨਾਂ ਚੀਜ਼ਾਂ ਤੋਂ ਨਿਰਲੇਪ ਹੋ ਗਏ ਹਾਂ। ਅਸੀਂ ਤੀਰਥਾਂ ਤੇ ਜਾਂਦੇ ਹਾਂ, ਤੀਰਥਾਂ ਤੇ ਜਾ ਕੇ ਇਸ਼ਨਾਨ ਕਰੀਦਾ ਹੈ, ਸਰੀਰ ਨੂੰ ਮੈਲ ਨਹੀਂ ਲੱਗਣ ਦਿੰਦੇ। ਇਸ ਢੰਗ ਦੇ ਨਾਲ ਸਾਡੇ ਮਨ ਜਿਹੜੇ ਆਪਣੇ ਆਪ ਨੂੰ ਪਵਿੱਤਰ ਹੋ ਜਾਂਦਾ। ਇਹ ਗੱਲ ਪਤਾ ਕਿੱਥੋਂ ਲੱਗਦੇ ਵੀ ਲੋਹਾ ਰੀਪਾ ਨੇ ਗੱਲ ਕਹੀ ਸੀ। ਇਹ ਲਾਸਟ ਪੰਕਤੀ ਜਿਹੜੀ ਹੈ, ਕਹਿੰਦਾ ਗੋਰਖ ਪੂਤ ਲੋਹਾ ਰੀਪਾ ਬੋਲੇ ਜੋਗ ਜਗਤ ਵਿਦ ਵਿਸਾਈ। ਗੋਰਖ ਦਾ ਪੁੱਤਰ, ਗੋਰਖ ਦਾ ਚੇਲਾ ਬੋਲਿਆ ਵੀ ਸਾਡੀ ਜੋਗ ਦੀ ਜੁਗਤੀ ਇਹੋ ਹੀ ਹੈ। ਜੋਗ ਦਾ ਅਰਥ ਹੁੰਦਾ ਜੁੜਨਾ। ਪਹਿਲਾਂ ਇਹ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ, ਜੋਗ ਦਾ ਅਰਥ ਹੈ ਜੁੜਨਾ। ਜਦੋਂ ਅਸੀਂ ਛੋਟੇ ਹੁੰਦੇ ਸੀ ਨਾ, ਹਿੰਦੀ ਦੇ ਟੀਚਰ ਆਉਂਦੇ ਸੀ, ਕਹਿੰਦੇ ਇਹਦਾ ਜੋਗ ਕਰਨਾ। ਜੋਗ ਦਾ ਮਤਲਬ ਜੋੜ ਕਰਨਾ, ਤੇ ਜੋਗ ਦਾ ਅਰਥ ਹੈ ਜੁੜਨਾ। ਕਹਿੰਦੇ ਪਰਮੇਸ਼ਰ ਨਾਲ ਜੁੜਨ ਦੀ ਸਾਡੀ ਵਿਧੀ ਜਿਹੜੀ ਹੈ, ਸਾਡਾ ਜਿਹੜਾ ਮਤ ਹੈ, ਜਿਹੜਾ ਸਾਡਾ ਸਿਧਾਂਤ ਹੈ, ਉਹ ਹੀ ਹੈ ਵੀ ਘਰ-ਬਾਰ ਛੱਡ ਦਿਓ, ਜੰਗਲਾਂ 'ਚ ਚਲ ਜਾਓ, ਤੇ ਇਸ ਢੰਗ ਦੇ ਨਾਲ ਜਿਹੜਾ ਹੈ ਅਸੀਂ ਉਹਨੂੰ ਪਰਮੇਸ਼ਰ ਦੇ ਨਾਲ ਮਿਲਾਪ ਕਰਦੇ ਹਾਂ। ਇੱਥੇ ਤੱਕ ਇਹ ਸਵਾਲ ਸੀ ਜਿਹੜੇ ਕੱਲ ਲੋਹਾ ਰੀਪਾ ਨੇ ਸਵਾਲ ਕੀਤਾ। ਹੁਣ ਜਿਹੜੀ ਪੌੜੀ ਅਗਲੀ ਹੈ, ਗੁਰੂ ਪਾਤਸ਼ਾਹ ਜੀ ਨੇ 8ਵੀਂ ਪੌੜੀ ਸਾਡੇ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਉਹ ਹਾਟੀ ਬਾਟੀ ਦਾ ਜਵਾਬ ਹੀ ਗੁਰੂ ਪਾਤਸ਼ਾਹ ਜੀ ਇਸ ਪੌੜੀ ਦੇ ਵਿੱਚ ਦੇ ਰਹੇ ਆ। ਤੋ ਗੁਰੂ ਸਾਹਿਬ ਜੀ ਦੀ ਇਹ ਬਖਸ਼ਿਸ਼ ਕੀਤੀ ਹੋਈ ਪੌੜੀ ਨੂੰ ਆਪਾਂ ਪੜ੍ਹੀਏ। ਕੋਈ ਛੋਟੀਆਂ ਪੌੜੀਆਂ ਨੇ। ਹਾਟੀ ਬਾਟੀ ਨੀਂਦ ਨ ਆਵੇ, ਪਰ ਘਰ ਚਿਤ ਨ ਡੁਲਾਈ। ਬਿਨ ਨਾਵੇਂ ਮਨ ਟੇਕ ਨ ਟਿਕਹੀ, ਨਾਨਕ ਭੂਖ ਨ ਜਾਈ। ਹਾਟ ਪਟਨ ਘਰ ਗੁਰੂ ਦਿਖਾਇਆ, ਸਹਜੇ ਸਚ ਵਾਪਾਰੋ। ਖੰਡਤ ਨਿੰਦਰਾ ਅਲਪ ਆਹਾਰੰਗ, ਨਾਨਕ ਤਤ ਵਿਚਾਰੋ। ਸੱਚੇ ਪਾਤਸ਼ਾਹ ਜੀ ਨੂੰ ਤਤ ਦੀ ਗੱਲ ਕਹਿੰਦੇ ਨੇ। ਮੈਂ ਤੁਹਾਨੂੰ ਦੱਸਣ ਲੱਗਾ ਬਈ, ਕਿਉਂਕਿ ਗੱਲ ਇਹ ਹੈ, ਤੁਸੀਂ ਇਹ ਗੱਲ ਕਹਿ ਦਿੱਤੀ ਕਿ ਅਸੀਂ ਸੰਸਾਰ ਛੱਡ ਦਿੱਤਾ। ਸੰਸਾਰ ਛੱਡ ਕੇ ਕਦੀ ਵੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇੱਕ ਆਪ ਤੁਸੀਂ ਕਿਹਾ ਸੀ ਕੱਪੜੇ ਆਪਣੇ ਗੇਰੂਏ ਰੰਗ ਦੇ ਪਾ ਲਏ, ਜੋਗੀਏ ਰੰਗ ਦੇ ਕੱਪੜੇ ਪਾ ਲਏ। ਗੁਰੂ ਪਾਤਸ਼ਾਹ ਕਹਿੰਦੇ ਵੀ ਕੱਪੜਿਆਂ ਦੇ ਰੰਗ ਬਦਲਣ ਨਾਲ ਵੀ ਰੱਬ ਨਹੀਂ ਮਿਲਦਾ। ਗੱਲ ਕਰ, ਛੋਟੇ ਹੁੰਦੇ ਅਸੀਂ ਗੱਲ ਸੁਣਦੇ ਹੁੰਦੇ ਸੀ, ਜੋਗੀ ਕੱਪੜੇ ਰੰਗਾ ਲਏ, ਮਨ ਕਿਉਂ ਨਹੀਂ ਰੰਗਿਆ। ਬੜੇ ਤੱਤ ਦੀ ਗੱਲ ਸੀ ਵੀ ਜੋਗੀਏ ਤੂੰ ਆਪਣਾ ਭੇਸ ਤਾਂ ਬਦਲ ਲਿਆ, ਪਰ ਮਨ ਦਾ ਭੇਸ ਨਹੀਂ ਬਦਲ ਸਕਿਆ। ਮਨ ਉੱਥੇ ਦਾ ਉੱਥੇ ਹੀ ਹੈ, ਮਨ ਉੱਥੇ ਦਾ ਉੱਥੇ ਟਿਕਿਆ ਹੋਇਆ। ਜੋਗੀ ਜਿਹੜੇ ਲੋਕ ਸਨ, ਉਹਨਾਂ ਨੇ ਸੰਸਾਰ ਤਿਆਗਣ ਦੀ ਗੱਲ ਕਰ ਦਿੱਤੀ। ਇੱਥੇ ਜਿਹੜਾ ਪਹਿਲੇ ਪੰਕਤੀ ਹੈ, ਹਾਟੀ ਬਾਟੀ ਨੀਂਦ ਨਾ ਆਵੇ, ਪਰ ਕਰ ਚਿਤ ਨਾ ਡੁਲਾਈ। ਵੀ ਇਹ ਵਪਾਰ ਹੈ। ਸੰਸਾਰ ਜਿਹੜਾ ਹੈ, ਇਹ ਤਾਂ ਪਰਮੇਸ਼ਰ ਨੇ ਚਲਾਇਆ ਹੋਇਆ ਇਹ ਵਪਾਰ ਹੈ। ਇੱਥੇ ਤਾਂ ਬੰਜਾਰੇ ਸੌਦਾ ਕਰਨ ਆਏ ਨੇ। ਬੰਜਾਰੇ ਇਸ ਜੀਵ ਇਸ ਸੰਸਾਰ ਦੇ ਬਾਜ਼ਾਰ ਵਿੱਚ ਸੌਦਾ ਕਰਨ ਆਏ ਹਨ। ਕਿਉਂਕਿ ਗੱਲ ਸੁਣ, ਜਿਨ੍ਹਾਂ ਨੇ ਸੱਚ ਦਾ, ਨਾਮ ਦਾ, ਵਾਹਿਗੁਰੂ ਦੀ ਯਾਦ ਦਾ ਸੌਦਾ ਲੱਦ ਲਿਆ, ਉਹ ਇਸ ਸੰਸਾਰ ਭਗਲ ਤੋਂ ਪਾਰ ਹੋ ਜਾਂਦੇ ਆ। ਉਹ ਤਾਂ ਸੰਸਾਰ ਛੱਡਦੇ ਹੀ ਨਹੀਂ। ਅਸਲ 'ਚ ਜੋ ਵੀ ਗੱਲ ਹੈ, ਤੈਨੂੰ ਉਹਦੇ ਪ੍ਰੇਮ ਦਾ ਮਾਰਗ ਹੀ ਪਤਾ ਨਹੀਂ ਲੱਗਦਾ। ਉਹਦਾ ਪ੍ਰੇਮ ਦਾ ਮਾਰਗ ਕੀ ਹੈ। ਤੂੰ ਇਹ ਤਾਂ ਛੱਡ ਦਿੱਤਾ ਵੀ ਸੰਸਾਰ ਤਿਆਗ ਦਿੱਤਾ, ਅਸੀਂ ਇਹ ਤਾਂ ਕਹਿ ਦਿੱਤਾ, ਪਰ ਤੈਨੂੰ ਉਹਦੇ ਪ੍ਰੇਮ ਦਾ ਮਾਰਗ ਹੀ ਪਤਾ ਨਹੀਂ ਲੱਗਾ। ਤੇਰੇ ਮਨ 'ਚ ਐਵੇਂ ਭੁਲੇਖਾ ਹੀ ਹੈ। ਇਹ ਗੱਲ ਯਾਦ ਰੱਖੀ, ਸੰਸਾਰ ਤਿਆਗਿਆ ਲੇਕਿਨ ਨਿਰੰਕਾਰ ਦੀ ਯਾਦ ਪੱਕੀ ਨਹੀਂ ਹੋਈ। ਜਦ ਤੱਕ ਨਿਰੰਕਾਰ ਦੀ ਯਾਦ ਪੱਕੀ ਨਹੀਂ ਹੋਈ, ਤੇਰੇ ਅੰਦਰ ਤੇ ਇਹੋ ਹੀ ਹੰਕਾਰ ਹੈ ਕਿ ਮੈਂ ਸੰਸਾਰ ਤਿਆਗਿਆ, ਮੈਂ ਇਹਨਾਂ ਨਾਲ ਵੱਡਾ, ਇਹਨਾਂ ਨਾਲ ਉੱਚਾ। ਤੈਨੂੰ ਇਸ ਗੱਲ ਨੇ ਇੱਕ ਦੀਵਾਰ ਬਣ ਕੇ ਖੜੀ ਹੋ ਗਈ ਹੈ। ਇਹ ਬਣੀ ਹੋਈ ਦੀਵਾਰ ਤੈਨੂੰ ਪਰਮੇਸ਼ਰ ਨਾਲ ਕਦੀ ਵੀ ਮਿਲਣ ਨਹੀਂ ਦੇਗੀ। ਪਰਮੇਸ਼ਰ ਦੇ ਨਾਲ ਇਹ ਬਣੀ ਹੋਈ ਦੀਵਾਰ ਕਦੀ ਵੀ ਮਿਲ ਨਹੀਂ ਦੇਗੀ। ਗੁਰੂ ਪਾਤਸ਼ਾਹ ਜੀ ਫਿਰ ਗੱਲ ਸਮਝਾਉਂਦੇ, ਉਹ ਜੋਗੀ ਐਵੇਂ ਇਹ ਗਲਤ ਰਸਤਾ ਜਾਂ ਛੱਡ, ਰਸਤਾ ਠੀਕ ਨਹੀਂ ਤੇਰਾ।
ਤੂੰ ਤਾਂ ਇੱਕ ਵਾਹਿਗੁਰੂ ਦੀ ਯਾਦ ਵਿੱਚ ਜੁੜ, ਉਹ ਭਾਵੇਂ ਘਰ ਬੈਠ ਕੇ ਜੁੜ ਤੇ ਭਾਵੇਂ ਜੰਗਲ 'ਚ ਬੈਠ ਕੇ ਜੁੜ ਤੇ ਭਾਵੇਂ ਜਿੱਥੇ ਮਰਜ਼ੀ ਜੁੜ, ਅਸਲ ਕਹਾਣੀ ਤਾਂ ਪਰਮੇਸ਼ਰ ਦੇ ਨਾਮ ਦੀ ਹੈ। ਜੇ ਪਰਮੇਸ਼ਰ ਦੇ ਨਾਮ ਵਿੱਚ ਹੀ ਤੂੰ ਨਹੀਂ ਜੁੜਿਆ ਤੇ ਹਾਟੀ ਵਾਟੀ ਤਿਆਗਣ ਦੀ ਲੋੜ ਹੀ ਨਹੀਂ ਸੀ। ਇਹ ਛੱਡ ਕੇ ਕੀ ਬਣ ਗਿਆ ਤੇਰਾ? ਕੁਛ ਵੀ ਬਣਿਆ। ਤਿੰਨ ਸ਼ਲੋਕ 12 ਤੇ ਵਧੀਕ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਲਿਖਿਆ। ਪਹਿਲਾ ਸ਼ਲੋਕ ਜਿਹੜਾ ਲਿਖਦੇ ਹੈ, ਜਿਹੜਾ 16ਵਾਂ ਸ਼ਲੋਕ ਹੈ, ਉਹ 'ਚ ਗੁਰੂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਲਿਖਦੇ, ਦੂਜੀ ਛੋੜ ਕੁਵਾਟੜੀ ਇੱਕ ਸਿਉ ਚਿਤ ਲਾਏ। ਕੁਆਟੜੀ ਦਾ ਗਲਤ ਰਸਤਾ, ਤੇਰੇ ਗਲਤ ਰਸਤਾ ਹੈ। ਇਹ ਵੀ ਗੱਲ ਸਮਝਣ ਦੀ ਹੈ ਸਾਨੂੰ। ਭੋਲਿਆ ਗਲਤ ਰਸਤਾ ਛੱਡ, ਦੂਜਾ ਰਸਤਾ ਹੈ ਪਰਮੇਸ਼ਰ ਦਾ ਰਸਤਾ ਹੀ ਹੈ ਨਹੀਂ ਹੈ, ਜਿਹੜਾ ਰਸਤਾ ਤੂੰ ਕਿੰਨਾ ਅਪਣਾ ਲਿਆ। ਗੁਰੂ ਅਰਜਨ ਦੇਵ ਮਹਾਰਾਜ ਗੁਰਬਾਣੀ ਰਾਹੀਂ ਸਾਨੂੰ ਇਹ ਗੱਲ ਸਮਝਾਉਂਦੇ ਨੇ, ਭਾਵੇਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਹਨ, ਭਾਵੇਂ ਗੁਰੂ ਅਰਜਨ ਦੇਵ ਪਾਤਸ਼ਾਹ ਹਨ। ਇਹ ਸਮਝ ਲੈਣਾ ਚਾਹੀਦਾ, ਵਿਚਾਰ ਵੀ ਇੱਕੋ ਹੈ, ਜੋਤ ਵੀ ਇੱਕੋ ਹੈ, ਸਿਧਾਂਤ ਵੀ ਇੱਕੋ ਹੈ। ਜਿਹੜੀ ਗੱਲ ਗੁਰੂ ਨਾਨਕ ਸਾਹਿਬ ਨੇ ਪੱਕੀ ਕੀਤੀ, ਉਹੀ ਗੱਲ ਜਿਹੜੀ ਗੁਰੂ ਅਰਜਨ ਦੇਵ ਮਹਾਰਾਜ ਨੇ ਪੱਕੀ ਕੀਤੀ। ਇੱਧਰ ਦੇਖ, ਇੱਕ ਵਾਟੜੀ ਛੋੜ, ਇੱਕ ਉਹਨਾਂ ਚਿੱਤ ਜੋੜ ਆਪਣਾ, ਇੱਕ ਵਾਹਿਗੁਰੂ ਦੀ ਯਾਦ ਵਿੱਚ ਜੁੜ, ਦੂਜੇ ਭਾਵੇਂ ਨਾਨਕਾ ਵਹਿਨ ਲੁਰੰਦੜੀ ਜਾਏ। ਇਸ ਰਸਤੇ ਤੇ ਤੁਰਿਆ ਤਾਂ ਤੇਰੀ ਜ਼ਿੰਦਗੀ ਦੇ ਐਵੇਂ ਦੀ ਐਵੇਂ ਰੁੜਦੀ ਚਲੀ ਜਾਏਗੀ, ਤੁਰ ਜਾਏਗੀ। ਇਹ 67ਵਾਂ ਜਿਹੜਾ ਸ਼ਲੋਕ ਲਿਖਿਆ ਗੁਰੂ ਪਾਤਸ਼ਾਹ ਜੀ ਨੇ, ਉਹਦੇ ਚੋਂ ਕਹਿੰਦੇ, ਤਿਹੱਟੜੇ ਬਾਜ਼ਾਰ ਸੌਦਾ ਕਰਨ ਬੰਜਾਰਿਆ, ਸੱਚ ਵਖਰ ਜਿਹਨੇ ਲੱਦਿਆ ਸੇ ਸੱਚੜੇ ਪਸਾਰ। ਕਿਆ ਕਮਾਲ ਦੀ ਗੱਲ ਹੈ। ਉਹਨਾਂ ਦਾ ਅਸਲੀ ਸੱਚੇ ਵਖਰ, ਗੱਲ ਤਾਂ ਸੱਚ ਵਖਰ ਲੱਦਣ ਦੀ ਸੀ। ਜੋ ਵੀ ਦੇਖੋ ਗੱਲ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ, ਭੋਲਿਓ ਦੱਸੋ, ਇਹ ਤਾਂ ਬਾਜ਼ਾਰ ਹੈ ਮਾਇਆ ਦੇ ਤਿੰਨਾਂ ਗੁਣਾਂ ਵਿੱਚ ਹੀ। ਤੇ ਹੱਟੜੇ ਦਾ ਮਤਲਬ ਤਿੰਨਾਂ ਦਰਵਾਜ਼ਿਆਂ ਵਾਲਾ, ਤਿੰਨਾਂ ਰਸਤਿਆਂ ਵਾਲਾ, ਤੇ ਹੱਟੜੇ ਬਾਜ਼ਾਰ। ਅਸਲ 'ਚ ਜੀਵ ਰੂਪੀ ਸੰਸਾਰ ਜਿਹੜਾ ਹੈ, ਇਹ ਮਾਇਆ ਦੇ ਤਿੰਨਾਂ ਗੁਣਾਂ ਦਾ ਹੀ ਵਪਾਰ ਕਰ ਰਿਹਾ। ਤੇ ਜੋ ਵੀ, ਉਹ ਭਾਵੇਂ ਤੂੰ ਜੰਗਲ 'ਚ ਬੈਠਾ ਹੈ ਤੇ ਭਾਵੇਂ ਘਰ 'ਚ ਬੈਠਾ ਸੀ, ਫਰਕ ਹੀ ਕੋਈ ਨਹੀਂ। ਇੱਥੇ ਵੀ ਤੇਰੀਆਂ ਖਾਸ਼ਾਂ ਨਹੀਂ ਮੁੱਕੀਆਂ, ਉੱਥੇ ਵੀ ਖਾਸ਼ਾਂ ਨਹੀਂ ਮੁੱਕੀਆਂ। ਇੱਥੇ ਵੀ ਤੇਰੇ ਵਿਚਾਰ ਉਹੀ ਸਨ, ਉੱਥੇ ਵਿਚਾਰ ਵੀ ਉਹੀ ਸਨ। ਤੇ ਹੱਟੜੇ ਬਾਜ਼ਾਰ, ਗੁਰੂ ਅਰਜਨ ਸਾਹਿਬ ਕਹਿੰਦੇ, ਸੌਦਾ ਕਰਨ ਬਣ ਜਾ ਰਿਹਾ। ਮਾਇਆ ਦੇ ਤਿੰਨਾਂ ਗੁਣਾਂ, ਰਜੋਗੁਣ, ਤਮੋਗੁਣ, ਸਤੋਗੁਣ, ਇਹ ਤਿੰਨਾਂ ਗੁਣਾਂ ਦੇ ਵਿੱਚ ਹੀ ਤੂੰ ਫਸਿਆ ਹੋਇਆ, ਭਾਵੇਂ ਘਰ 'ਚ ਸੀ ਤੇ ਭਾਵੇਂ ਬਾਹਰ ਸੀ, ਫਰਕ ਹੀ ਪਿਆ। ਤੇ ਕਹਿੰਦੇ ਨੇ, ਸੱਚ ਵਖਰ ਜਿਹਨੇ ਲੱਦਿਆ ਸੇ ਸੱਚੜੇ ਪਸਾ। ਅਸਲ 'ਚ ਉਹ ਸੱਚੇ ਸੌਦਾ ਪਸਾਰਾ ਦੁਨੀਆ ਤੇ ਆਇਆ ਭਗਵਾਨ ਉਹਦਾ ਹੀ ਹੈ, ਜਿਹਨੇ ਸੱਚਾ ਵਖਰ ਲੱਦ ਕੇ ਇੱਥੋਂ ਚੱਲ ਪਿਆ। ਤੇ ਫਿਰ ਅੱਗਾ ਅਗਲੀ ਗੱਲ ਕਹਿੰਦੇ, ਪੰਥਾ ਪ੍ਰੇਮ ਨਾ ਜਾਣੀ ਭੁੱਲੀ ਫਿਰੇ ਗਵਾਰ, ਨਾਨਕ ਹਰ ਵਿਸਰਾਏ ਕੇ ਪਹੁੰਚਦੇ ਨਰਕ ਅੰਧਾਰ। ਇਹ 18ਵਾਂ ਅੱਗੇ ਸ਼ਲੋਕ ਹੈ, ਸ਼ਲੋਕ 12 ਤੇ ਵਧੀਕ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ। ਕਹਿੰਦੇ, ਪੰਥਾ ਪ੍ਰੇਮ ਦਾ ਮਾਰਗ ਸੀ ਅਸਲ 'ਚ ਧਰਮ ਨੂੰ ਮਿਲਣਾ। ਇਹ ਹੈ ਪ੍ਰੇਮ ਦਾ ਮਾਰਗ। ਇਹ ਆਪਣੇ ਆਪ ਨੂੰ ਕਸ਼ਟ ਦੇਣ ਦਾ ਮਾਰਗ ਨਹੀਂ, ਇਹ ਤਪ ਸਾਧਨ ਦਾ ਮਾਰਗ ਨਹੀਂ। ਗੁਰਮਤਿ ਦਾ ਮਾਰਗ ਜਿਹੜਾ ਸਮਝਾਇਆ, ਪਰਮੇਸ਼ਰ ਦੇ ਦਰ ਦਾ ਰਸਤਾ ਉਹਨੂੰ ਮਿਲਦਾ, ਜਿਹੜਾ ਸਹਿਜ ਵਿੱਚ ਆਪਣੇ ਪਰਮੇਸ਼ਰ ਦੀ ਯਾਦ ਵਿੱਚ ਜੁੜ ਕੇ, ਘਰ-ਬਾਰ ਦੇ ਵਿੱਚ ਨਿਰਲੇਪ ਰਹਿ ਕੇ ਜਿਹੜਾ ਉਸ ਨੂੰ ਧਿਆਉਂਦਾ ਹੈ। ਕਹਿੰਦੇ, ਜੋਗੀ ਤੂੰ ਤਾਂ ਪੰਥਾ ਪ੍ਰੇਮ ਹੀ ਨਹੀਂ ਜਾਣਿਆ, ਤੂੰ ਤਾਂ ਨਫ਼ਰਤ ਕੀਤੀ ਗ੍ਰਸਤੀਆਂ ਨਾਲੋਂ। ਗ੍ਰਸਤੀ ਨਫ਼ਰਤ ਹੈ। ਤੇ ਗੁਰੂ ਪਾਤਸ਼ਾਹ ਨੂੰ ਸਮਝਾਉਂਦੇ ਨੇ, ਬਈ ਦੇਖ ਪੰਥ, ਜੋਗੀ ਗੱਲ ਏਦਾਂ ਨਹੀਂ, ਹਾਟੀ ਬਾਟੀ ਨੀਂਦ ਨਾ ਆਵੇ। ਗੱਲ ਤਾਂ ਸਾਰੀ ਇਹ ਸੀ ਵੀ ਵਿਚਰਨਾ ਸੰਸਾਰ ਵਿੱਚ ਹੈ, ਕਿਰਤ ਕਰਨੀ ਹੈ, ਧੰਦਾ ਨਹੀਂ ਕਰਨਾ। ਕਿਰਤ ਕਰਨੀ ਹੈ। ਗੁਰੂ ਨਾਨਕ ਸਾਹਿਬ ਨੇ ਕਿਰਤ ਕਰਨੀ ਸਿਖਾਈ, ਧੰਦਾ ਕਰਨਾ ਨਹੀਂ ਸਿਖਾਇਆ। ਕਿਰਤ ਵਿੱਚ ਇਮਾਨਦਾਰੀ ਹੈ, ਪਰਮੇਸ਼ਰ ਦੀ ਯਾਦ ਹੈ। ਤੇ ਧੰਦਾ ਜਿੱਥੇ ਬਣ ਜਾਏ, ਉੱਥੇ ਫਿਰ ਇਨਸਾਨ ਉਹਦੀ ਯਾਦ ਤੋਂ ਟੁੱਟ ਜਾਂਦਾ। ਉਹ ਫਿਰ ਆਪਣਾ ਪ੍ਰੋਫਿਟ ਦੇਖਦਾ, ਫਾਇਦਾ ਦੇਖਦਾ, ਆਪਣਾ ਨੁਕਸਾਨ ਨਫਾ ਦੇਖਦਾ, ਜਿੱਥੇ ਧੰਦਾ ਬਣ ਜਾਂਦਾ। ਗੁਰੂ ਪਾਤਸ਼ਾਹ ਜੀ ਫਿਰ ਕਹਿਣ ਲੱਗੇ, ਵੀ ਦੇਖੋ ਗੱਲ ਸਾਰੀ ਅਸਲ ਗਿਆਨ ਦੀ ਇਹ ਵਿਚਾਰ ਹੈ ਕਿ ਧੰਦਿਆਂ ਵਿੱਚ ਰਹਿੰਦਿਆਂ ਹੋਇਆ ਮਨੁੱਖ ਵੀ ਇਸ ਧੰਦਿਆਂ ਵਿੱਚ ਨੀਂਦ ਨਾ ਆਵੇ। ਨੀਂਦ ਨਾ ਆਵੇ ਦਾ ਮਤਲਬ ਖੁੱਬੇ ਨਾ, ਇਹ ਨਾ ਸੋਚੇ ਵੀ ਹੁਣ ਮੇਰਾ ਧੰਦਾ ਹੀ ਸਭ ਕੁਛ ਹੈ। ਗੁਰੂ ਸਾਹਿਬ ਕਹਿੰਦੇ, ਹੱਥ ਕਾਰ ਵੱਲ ਤੇ ਚਿੱਤ ਕਰਤਾਰ ਵੱਲ। ਜਿਹੜਾ 13 ਸੀ ਕਹਿੰਦੇ ਨਾ, ਮਾਰੇ 13 ਹੀ ਕਹਿੰਦੇ ਰਹੇ, ਮਾਰੇ 13 ਨਹੀਂ ਕਹਿੰਦੇ, 13 ਕਹਿੰਦੇ ਸੀ। ਵਾਹਿਗੁਰੂ ਸਭ ਤੇਰਾ, ਤੇਰੀ ਬਖਸ਼ਿਸ਼, ਤੇਰੀ ਕਿਰਪਾ, ਤੇਰੀ ਯਾਦ, ਤੇਰੀ ਸਿਮਰਨ, ਤੇਰੀ ਬੰਦਗੀ, ਤੇਰੀ ਬਖਸ਼ਿਸ਼ ਵਾਲੇ ਕੰਮ ਕਰਦਾ, ਤੂੰ ਇਹ ਕਿਰਤ ਬਖਸ਼ੀ ਹੈ।
ਤੇ ਉਹ 13 ਜਦੋਂ ਅਸੀਂ ਕਹਿੰਦੇ ਆ, ਉਹਦੀ ਯਾਦ ਜਦੋਂ ਆਉਂਦੀ ਹੈ, ਉਹ ਧੰਦੇ 'ਚ ਇਮਾਨਦਾਰੀ ਆ ਜਾਂਦੀ ਹੈ। ਤੇ ਗੁਰੂ ਨਾਨਕ ਸਾਹਿਬ ਨੇ ਇਹ ਗੱਲ ਦੱਸੀ ਸੀ, ਧੰਦਾ ਕਰਦਿਆਂ ਪਾਸਟੂ ਕਿਉਂ ਰੱਖੀਏ, ਘੱਟ ਕਿਉਂ ਤੋਲੀਏ, ਅਖਲਾਕ ਵਿੱਚ ਕਾਣ ਪੈ ਜਾਂਦੀ ਹੈ। ਧੰਦਾ ਕਰਨ ਦੀ ਜੁਗਤੀ ਗੁਰੂ ਸਾਹਿਬ ਜੀ ਨੇ ਦੱਸੀ। ਕਹਿੰਦੇ ਸ਼ੱਕਰ ਤੋਲਦਿਆਂ ਕੌੜਾ ਕਿਉਂ ਬੋਲੀਏ, ਸ਼ੱਕਰ ਤਾਂ ਮਿੱਠੀ ਹੁੰਦੀ ਹੈ। ਇਹ ਸਾਨੂੰ ਗੁਰੂ ਸਾਹਿਬ ਨੇ ਕਿਰਤ ਕਰਨ ਦੀ ਜਾਚ ਵੀ ਦੱਸੀ ਹੈ, ਸੰਸਾਰ 'ਚ ਰਹਿਣ ਦੀ ਜਾਚ ਵੀ ਦੱਸੀ ਹੈ। ਸੰਸਾਰ 'ਚ ਰਹਿਣਾ ਕਿਵੇਂ, ਇਨਸਾਨ ਬਾਹਰ ਬੜਾ ਵੱਡਾ ਪ੍ਰਚਾਰਕ ਹੋਵੇ, ਬੜੇ ਵੱਡੇ ਲੈਕਚਰ ਕਥਾ ਵਿਆਖਿਆ ਕਰ ਲੈਂਦਾ ਹੋਵੇ ਸਾਡੇ ਵਾਂਗੂ, ਤੇ ਘਰ ਵਿੱਚ ਜਦੋਂ ਕੋਈ ਗੱਲ ਕਰੇ ਤਾਂ ਉਹਨੂੰ ਅੱਗੋਂ ਵੱਢਣ ਪੈ ਜਾਏ, ਤਾਂ ਫਿਰ ਇਹ ਧਰਮ ਨਹੀਂ ਸਿਖਾਉਂਦਾ। ਇਹ ਫਿਰ ਇਹਦਾ ਮਤਲਬ ਇਹ ਹੈ ਕਿ ਇੱਥੇ ਗੁਰਮਤ ਜਿਹੜੀ ਸਾਡੇ ਨੇੜੇ ਤੇੜੇ ਨਹੀਂ ਟੁੱਟੀ। ਗੁਰਮਤ ਦੀ ਫਿਲਾਸਫੀ ਜਿਹੜੀ ਘਾਟੀ ਬਾਟੀ ਦੀ ਗੁਰੂ ਸਾਹਿਬ ਨੇ ਦਿੱਤੀ ਹੈ, ਨੀਂਦ ਨਾ ਆਵੇ ਦੀ ਗੱਲ ਹੈ। ਇਹ ਤਾਂ ਹੱਸਦਿਆਂ ਖਿਲੰਦਿਆਂ ਪਲੰਦਿਆਂ ਖਵਾਉਂਦਿਆਂ ਵਿੱਚ ਹੋਈ ਮੁਕਤ ਦੀ ਗੱਲ ਹੈ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ। ਇੱਥੇ ਤਾਂ ਸਤਿਗੁਰ ਦਾ ਮਿਲ ਪਵੇ ਤਾਂ ਇਹ ਜੀਵਨ ਜੁਗਤੀ ਸਾਡਾ ਜੀਵਨ ਦਾ ਮਨੋਰਥ ਪੂਰਾ ਹੁੰਦਾ। ਫਿਰ ਸਾਨੂੰ ਪਤਾ ਲੱਗਦਾ ਹੈ, ਹੱਸਦਿਆਂ ਖੇਡਦਿਆਂ ਪਹਿਨਦਿਆਂ ਖਾਂਦਿਆਂ ਅਸੀਂ ਸੰਸਾਰ ਭਗਤ ਤੋਂ ਪਾਰ ਹੋ ਸਕਦੇ ਹਾਂ। ਕਿਉਂਕਿ ਕਿਉਂ ਐਵੇਂ ਆਪਣੇ ਸਰੀਰ ਨੂੰ ਕਸ਼ਟ ਦੇਣ ਲਈ ਘਰ ਬਾਹਰ ਛੱਡ ਕੇ ਜੰਗਲਾਂ ਤੇ ਨਹਾਈ ਜਾਂਦਾ, ਤੀਰਥਾਂ ਤੇ ਜਾ ਕੇ ਕੋਈ ਰੱਬ ਮਿਲ ਜਾਣਾ, ਤੀਰਥਾਂ ਦੇ ਇਸ਼ਨਾਨ ਕਰਨਾ ਕੋਈ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏਗੀ। ਗੁਰੂ ਸਾਹਿਬ ਕਹਿੰਦੇ ਨਹੀਂ, ਇਸ ਤਰ੍ਹਾਂ ਹੋ ਨਹੀਂ ਸਕਦਾ। ਤੁਸੀਂ ਕਹਿੰਦੇ ਹੋ ਅਸੀਂ ਦੁਨੀਆ ਤਿਆਗ ਦਿੱਤੀ, ਇਹ ਤੁਹਾਡੇ ਅੰਦਰ ਹੰਕਾਰ ਹੈ ਵੀ ਤੁਸੀਂ ਦੁਨੀਆ ਤਿਆਗ ਦਿੱਤੀ, ਪਰ ਦੁਨੀਆ ਦੇ ਘਰ ਤੁਸੀਂ ਮੰਗਣ ਵੀ ਜਾਂਦੇ ਹੋ। ਤੁਸੀਂ ਆਪਣਾ ਸੁਭਾਅ ਤਾਂ ਛੱਡਿਆ ਨਹੀਂ, ਜੇ ਸੁਭਾਅ ਹੀ ਨਹੀਂ ਛੱਡਿਆ ਤੇ ਦੁਨੀਆ ਤਿਆਗਣ ਨਾਲ ਕੀ ਬਣ ਜਾਏਗਾ। ਗੁਰੂ ਨਾਨਕ ਸਾਹਿਬ ਨੇ ਫਿਰ ਵਚਨ ਕੀਤਾ ਸੀ ਆਸਾ ਕੀ ਵਾਰ ਵਿੱਚ, ਕਿਉਂਕਿ ਰੱਬ ਦਾ ਨਾਲ ਮਿਲਾਪ ਉਦੋਂ ਹੋਣਾ ਹੈ ਜਦੋਂ ਸੁਭਾਅ ਤਿਆਗਿਆ ਜਾਏਗਾ। ਅੰਦਰ ਪਰਮੇਸ਼ਰ ਨਾਲ ਪ੍ਰੇਮ ਉਦੋਂ ਬਣਨਾ ਜਦੋਂ ਅੰਦਰੋਂ ਆਪਣੇ ਮਨ ਦੀਆਂ ਬਿਰਤੀਆਂ ਨੂੰ ਬਦਲਣਾ ਪਏਗਾ, ਤਬਦੀਲ ਕਰਨਾ ਪਏਗਾ। ਕਹਿੰਦੇ ਦੇਖ ਭਰੇ ਹੋਏ ਕਿਸੇ ਭਾਂਡੇ ਵਿੱਚ ਕੋਈ ਵਸਤੂ ਨਹੀਂ ਪੈਂਦੀ, ਭਾਂਡਾ ਤਾਂ ਤੇਰਾ ਭਰਿਆ ਪਿਆ ਉਸੇ ਵਿਚਾਰਾਂ ਨਾਲ ਹੀ, ਭਾਵੇਂ ਤੂੰ ਘਰ 'ਚ ਬੈਠਾ ਤੇ ਭਾਵੇਂ ਜੰਗਲ 'ਚ ਬੈਠਾ, ਉੱਥੇ ਤੇਰੇ ਮਨ 'ਚ ਖਿਆਲ ਆ ਗਿਆ ਅਸੀਂ ਤਾਂ ਬਹੁਤ ਉੱਚੇ ਹਾਂ, ਅਸੀਂ ਤਾਂ ਬਹੁਤ ਵੱਡੇ ਹਾਂ, ਸਾਡੇ ਤੋਂ ਵੱਡਾ ਕੋਈ ਨਹੀਂ, ਅਸੀਂ ਤਾਂ ਘਰ-ਬਾਰ ਛੱਡ ਕੇ ਕ੍ਰਿਸ਼ਤੀਆਂ ਨਾਲ ਬੜੇ ਉੱਤਰੇ ਸੁਪਰੀਮ ਬਣ ਗਏ। ਪਰ ਉੱਥੇ ਸਤਿਗੁਰੂ ਕਹਿੰਦੇ ਨਹੀਂ, ਇਹ ਖਿਆਲ ਵੀ ਜਿਹੜਾ ਧਰਮ ਦੀ ਦੁਨੀਆ ਤੋਂ ਤੈਨੂੰ ਦੂਰ ਲੈ ਜਾਏਗਾ। ਇਹ ਤਾਂ ਵਸਤੂ ਮਾਹੇ ਬਸ ਸਮਾਵੇ ਦੂਜੀ ਹੋਵੇ ਪਾਸ ਦੀ ਕਹਾਣੀ ਹੈ ਸਾਰੀ। ਜੇ ਕਿਸੇ ਭਾਂਡੇ 'ਚ ਵਸਤੂ ਪਾਉਣੀ ਹੈ, ਭਰੇ 'ਚ ਥੋੜੀ ਪਏਗੀ, ਉਹਨੂੰ ਤਾਂ ਖਾਲੀ ਕਰਨਾ ਪਏਗਾ। ਜਦ ਤੱਕ ਭਰਿਆ ਹੋਇਆ ਭਾਂਡਾ ਖਾਲੀ ਨਹੀਂ ਹੁੰਦਾ ਤਦ ਤੱਕ ਅਸੀਂ ਉਹਦੇ ਵਿੱਚ ਹੋਰ ਵਸਤੂ ਜਾਂ ਹੋਰ ਪਦਾਰਥ ਨਹੀਂ ਪਾ ਸਕਦੇ। ਇਹਦਾ ਮਤਲਬ ਹੈ ਵੀ ਅੰਦਰੋਂ ਕੁਝ ਚੀਜ਼ਾਂ ਛੱਡਣੀਆਂ ਪੈਂਦੀਆਂ ਨੇ, ਕੁਝ ਚੀਜ਼ਾਂ ਅੰਦਰ ਲਿਆਉਣੀਆਂ ਪੈਂਦੀਆਂ ਨੇ। ਗੁਰੂ ਪਾਤਸ਼ਾਹ ਜੀ ਜਵਾਬ ਦਿੰਦੇ ਵੀ ਦੇਖ ਕਿ ਘਰ 'ਚ ਰਹਿ ਕੇ ਸੌ ਨਾ ਜਾਗ, ਪਰ ਕੀ ਖਿਆਲ ਹੈ ਤੈਨੂੰ ਹੈ ਵੀ ਤੂੰ ਜਾਗਦਾ ਜਾਂ ਸੁੱਤਾ ਹੋਇਆ? ਤੂੰ ਤਾਂ ਬਾਹਰ ਜਾ ਕੇ ਜੰਗਲ ਵਿੱਚ ਉਸੇ ਤਰ੍ਹਾਂ ਸੁੱਤਾ ਪਿਆ, ਉਹਨਾਂ ਪਦਾਰਥਾਂ ਦੀ ਪਕੜ ਤੇਰੇ ਅੰਦਰ ਹੈ। ਗੁਰੂ ਪਾਤਸ਼ਾਹ ਜੀ ਨੇ ਕਹਿਣ ਲੱਗੇ ਦੇਖੋ ਕਿ ਇਹ ਦੁਨੀਆ ਤਾਂ ਹੈ ਦੋਏ ਦੀਵੇ 14 ਹਟ ਨਾਲੇ, ਜੇਤੇ ਜੀ ਤੇਤੇ ਬਣ ਜਾ ਰਹੇ। ਦੁਨੀਆ ਤੇ ਇਹੋ ਜਿਹੀ ਹੈ, ਖੁੱਲੇ ਹੱਟ ਦੁਆ ਵਪਾਰ, ਜੋ ਪਹੁੰਚੇ ਸੋ ਚੱਲਣ ਹਾਰ। ਅਗਲੀ ਗੱਲ ਕੀਤੀ ਧਰਮ ਦਲਾਲ ਪਾਏ ਨਿਸ਼ਾਨ, ਨਾਨਕ ਨਾਮ ਲਾਹਾ ਪ੍ਰਵਾਨ। ਨਾਨਕ ਗੁਰੂ ਪਾਤਸ਼ਾਹ ਕਹਿੰਦੇ ਨਾਨਕ ਉੱਥੇ ਤਾਂ ਨਾਮ ਦਾ ਖਟਿਆ ਹੋਇਆ ਲਾਹਾ ਪ੍ਰਵਾਨ ਹੋਣਾ ਹੈ। ਕਿੰਨਾ ਬੰਦਗੀ ਕੀਤੀ ਹੈ, ਕਿੰਨਾ ਜਪਣਾ, ਵਾਹਿਗੁਰੂ ਦੀ ਯਾਦ 'ਚ ਜੁੜੇ ਆ, ਕਿੰਨੀ ਇਮਾਨਦਾਰੀ ਹੈ ਜ਼ਿੰਦਗੀ 'ਚ, ਕਿੰਨਾ ਸਾਡੇ ਅੰਦਰ ਸੱਚ ਹੈ, ਕਿੰਨਾ ਅਸੀਂ ਜੀਵਨ ਨੂੰ ਅੰਦਰੋਂ ਪਵਿੱਤਰ ਕੀਤਾ ਹੈ। ਕੱਲ ਦੀ ਵਿਚਾਰ 'ਚ ਆਪਾਂ ਗੱਲ ਕੀਤੀ ਸੀ ਜੋ ਕਿ ਤੀਰਥਾਂ ਦੇ ਨਹਾਉਣ ਨਾਲ ਕੀ ਬਣਨਾ। ਤੀਰਥਾਂ ਨਾਲ ਤਾਂ ਬਾਹਰ ਦੀ ਮੈਲ ਉਤਰਦੀ ਹੈ, ਅੰਦਰ ਦੀ ਮੈਲ ਨਹੀਂ ਉਤਰਦੀ। ਮੇਰਾ ਸਿਧਾਂਤ ਇਹ ਕਹਿੰਦਾ ਹੈ ਕਿ ਨਾਮ ਤੋਂ ਬਿਨਾਂ ਇਨਸਾਨ ਦੀ ਭੁੱਖ ਕਦੀ ਨਹੀਂ ਮਿਟ ਸਕਦੀ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਦੁਨੀਆ ਦੇ 36 ਪ੍ਰਕਾਰ ਦੇ ਭੋਜਨ ਕੀ, ਜਾਂ ਸਾਰੀ ਦੁਨੀਆ ਦੇ ਪਦਾਰਥ ਵੀ ਇਕੱਠੇ ਕਰ ਲਈਏ ਤਾਂ ਵੀ ਇਨਸਾਨ ਦੀ ਭੁੱਖ ਨਹੀਂ ਮਿਟਦੀ ਜੇ ਉਹਦੇ ਅੰਦਰ ਵਾਹਿਗੁਰੂ ਦੀ ਬੰਦਗੀ ਨਹੀਂ ਹੈ। ਜਿਹਦੇ ਕੋਲ ਬੰਦਗੀ ਹੈ ਉਹਦੀ ਭੁੱਖ ਨਾ ਕੁਝ ਹੁੰਦਿਆਂ ਹੋਇਆਂ ਵੀ ਮਿਟ ਜਾਂਦੀ ਹੈ। ਉਹ ਅਮੀਰ ਹੈ। ਅਸਲ ਵਿੱਚ ਅਮੀਰ ਉਹ ਹੈ ਜਿਹਦੀ ਭੁੱਖ ਮਿਟ ਗਈ। ਅਮੀਰ ਉਹ ਨਹੀਂ ਜਿਹਦੇ ਕੋਲ ਲੱਖਾਂ ਕਰੋੜਾਂ ਰੁਪਈਏ ਡਾਲਰ ਰੱਖੇ ਹੋਏ ਆ, ਪਾਉਂਡ ਰੱਖੇ ਹੋਏ ਆ। ਅਮੀਰ ਉਹ ਨਹੀਂ ਹੈ। ਅਮੀਰ ਉਹ ਹੈ ਜਿਹਦੀ ਭੁੱਖ ਮਿਟ ਜਾਂਦੀ ਹੈ, ਜਿਹਨੂੰ ਅੱਗੋਂ ਤ੍ਰਿਸ਼ਨਾ ਨਹੀਂ ਰਹਿੰਦੀ।
ਹੋਰ ਦੀ ਆਸ ਨਹੀਂ ਰੱਖਦਾ। ਗੁਰੂ ਸਾਹਿਬ ਜੀ ਨੇ ਜ਼ਿੰਦਗੀ 'ਚ ਸਾਨੂੰ ਇਹ ਗੱਲਾਂ ਸਮਝਾਈਆਂ ਹਨ। ਗੁਰੂ ਸਾਹਿਬ ਇਹ ਗੱਲ ਕਹਿੰਦੇ ਵੀ ਦੇਖ, ਜੋਗੀ ਹਾਟੀ ਬਾਟੀ ਨੀਂਦ ਨ ਆਵੇ, ਕਰ ਕਰ ਚਿਤ ਨ ਡੁਲਾਈ। ਹੁਣ ਦੇਖ, ਤੂੰ ਭੋਜਨ ਤਿਆਗ ਦਿੱਤਾ, ਪਰ ਖਿਆਲ ਕਰ ਜੋਗੀ, ਤੂੰ ਕਹਿੰਦਾ ਅਸੀਂ ਗਾਜਰਾਂ ਮੂਲੀਆਂ ਖਾਂਦੇ ਆ, ਦਰਖਤਾਂ ਦੇ ਪੱਤੇ ਖਾ ਲੈਂਦੇ ਆ, ਜੋ ਕਿ ਘਰ ਦੀ ਛੱਤ ਤਿਆਗ ਦਿੱਤੀ ਹੈ, ਪਰ ਪੱਤਿਆਂ ਦਾ ਆਸਰਾ ਨਹੀਂ ਤਿਆਗ ਗਿਆ। ਆਸਰਾ ਫਿਰ ਵੀ ਤੈਨੂੰ ਲੈਣਾ ਪੈ ਗਿਆ। ਦੇਖ ਕਮਾਲ ਹੈ, ਉਹ ਵੀ ਤਾਂ ਪਰਮੇਸ਼ਰ ਨੇ ਦਿੱਤੇ ਨੇ, ਜਿਨ੍ਹਾਂ ਦੇ ਥੱਲੇ ਜਾ ਕੇ ਤੂੰ ਬਹਿਣਾ। ਦੱਸ, ਛੱਤ ਤੇ ਪੱਤਿਆਂ 'ਚ ਕੀ ਫਰਕ ਹੋ ਗਿਆ? ਇੱਕ ਪਾਸੇ ਤੂੰ ਛੱਤ ਤਿਆਗੀ ਹੈ ਘਰ ਦੀ, ਲੇਕਿਨ ਪੱਤਿਆਂ ਦਾ ਆਸਰਾ, ਜੰਗਲ ਦਾ ਆਸਰਾ ਨਹੀਂ ਤਿਆਗਿਆ। ਉਹਨੂੰ ਤੂੰ ਉਹਦੇ ਥੱਲੇ ਸਿਰ ਲੁਕਾਉਣ ਲਈ ਆਪਣੀ ਜਗ੍ਹਾ ਬਣਾ ਲਈ ਹੈ। ਪਰਬਤਾਂ ਦੀਆਂ ਕੰਧਰਾਂ ਵਿੱਚ ਜਾ ਕੇ ਬੈਠ ਗਿਆ, ਉੱਥੇ ਵੀ ਤੂੰ ਜਗ੍ਹਾ ਬਣਾ ਲਈ ਹੈ। ਗੁਰੂ ਸਾਹਿਬ ਕਹਿੰਦੇ ਦੇਖ, ਇਹਦੇ 'ਚ ਕੀ ਹੈ, ਘਰ ਜ਼ਰੂਰ ਤਿਆਗਿਆ, ਲੇਕਿਨ ਘਰ ਦੀ ਛੱਤ ਜ਼ਰੂਰ ਤਿਆਗੀ ਹੈ, ਲੇਕਿਨ ਅਜੇ ਤੱਕ ਤੈਨੂੰ ਪਰਮੇਸ਼ਰ ਦੇ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਹੀ ਨਹੀਂ ਆਇਆ। ਤੂੰ ਕੀ ਪਰਮੇਸ਼ਰ ਨਾਲ ਮਿਲਾਪ ਕਰਨਾ? ਰੱਬ ਏਦਾਂ ਥੋੜੀ ਮਿਲਦਾ। ਕਹਿੰਦੇ ਦੇਖ, ਤੂੰ ਭੋਜਨ ਤਿਆਗ ਦਿੱਤਾ, ਇਹ ਕਹਿੰਦਾ ਵੀ ਅਸੀਂ ਕੰਧ ਮੂਲ ਖਾਂਦੇ ਆ, ਪਰ ਜੋਗੀ ਖਿਆਲ ਕਰੀ, ਭੁੱਖ ਨਹੀਂ ਤਿਆਗੀ। ਭੁੱਖ ਤੈਨੂੰ ਅਜੇ ਵੀ ਲੱਗਦੀ ਹੈ, ਉਹ ਪਦਾਰਥਾਂ ਦੀ ਭੁੱਖ, ਉਹ ਖਾਣ ਪੀਣ ਦੀ ਭੁੱਖ। ਉਹ ਭਾਵੇਂ ਕੰਧ ਮੂਲ ਚੁਣ ਕੇ ਹੀ ਖਾਣਾ ਹੈ, ਭਾਵੇਂ ਗਾਜਰਾਂ ਮੂਲੀਆਂ ਹੀ ਖਾਣੀਆਂ ਨੇ, ਭਾਵੇਂ ਦੁਨੀਆ ਦੇ ਪਦਾਰਥਾਂ ਦੇ ਵਿੱਚੋਂ ਤੈਨੂੰ ਇਹ ਪਦਾਰਥ, ਇਹ ਵੀ ਤਾਂ ਉਸ ਕਰਤੇ ਦੀ ਕਿਰਤ ਵਿੱਚੋਂ ਨੇ, ਉਹਨੇ ਬਣਾਏ ਨੇ। ਜੇ ਤੂੰ ਭੁੱਖ ਨਹੀਂ ਤਿਆਗ ਸਕਿਆ, ਅੰਦਰ ਭੁੱਖ ਜਦੋਂ ਮਿਟ ਜਾਏਗੀ ਉਦੋਂ ਗੱਲ ਕਰੀ। ਅਜੇ ਤਾਂ ਤੇਰੇ ਅੰਦਰ ਤੂੰ ਸਿਰਫ ਇੰਨੀ ਗੱਲ ਕੀਤੀ ਹੈ ਜੋਗੀ, ਤੇ ਖਾਟੀ ਬਾਟੀ ਤੋਂ ਕਹਿੰਦਾ ਅਸੀਂ ਇਹਨਾਂ ਤੋਂ ਨਿਰਾਲੇ ਰਹਿੰਦੇ ਆ। ਨਿਰਾਲੇ ਕਿਵੇਂ ਰਹਿੰਦਾ? ਤੂੰ ਤਾਂ ਭੋਜਨ ਦਾ ਤਿਆਗ ਕਰ ਦਿੱਤਾ, ਲੇਕਿਨ ਭੁੱਖ ਨਹੀਂ ਤਿਆਗ ਕਰ ਸਕਿਆ। ਗੁਰੂ ਪਾਤਸ਼ਾਹ ਜੀ ਸਾਨੂੰ ਗੱਲ ਸਮਝਾਉਂਦੇ ਆ, ਜੋ ਕਿ ਅਸਲ ਗੱਲ ਇਹ ਹੈ, ਰਹਿ ਘਰ ਵਿੱਚ, ਰਹਿ ਪਰਿਵਾਰ ਵਿੱਚ, ਪਰ ਇੱਥੇ ਸੌਂ ਨਾ, ਇੱਥੇ ਨੀਂਦ ਨਾ ਆਉਣ ਦੇ, ਇੱਥੇ ਜਾਗ ਕੇ ਗੱਲ ਕਰ। ਦੇਖ ਚੰਗਾ ਕਰਮ ਕਿਹੜਾ ਹੈ, ਮਾੜਾ ਕਰਮ ਕਿਹੜਾ ਹੈ। ਚੰਗਾ ਕਰਮ ਹੋਇਆ ਜਿਹਦੇ ਨਾਲ ਕਰਤਾਰ ਚੇਤ ਆਉਂਦਾ ਹੈ, ਮਾੜਾ ਕਰਮ, ਪਾਪ ਕਰਮ ਹੋਇਆ ਜਿਹਦੇ ਨਾਲ ਕਰਤਾਰ ਭੁੱਲ ਜਾਏ। ਕਰਤਾਰ ਭੁੱਲ ਜਾਂਦਾ ਹੈ, ਉਹ ਮਾੜਾ ਪੁੰਨ, ਉਹਨੂੰ ਪਾਪ ਕਰਮ ਕਹਿੰਦੇ ਨੇ। ਪੁੰਨ ਕਰਮ ਹੋਇਆ ਜਿਹਦੇ ਵਿੱਚ ਕਰਤਾਰ ਦੀ ਬੰਦਗੀ ਹੈ, ਕਰਤਾਰ ਦੀ ਯਾਦ ਹੈ, ਉਹਨੂੰ ਪੁੰਨ ਕਰਮ। ਇਹੀ ਪਾਪ ਪੁੰਨ ਹੈ। ਹੋਰ ਪਾਪ ਪੁੰਨ ਕਿਹੜੇ ਨੇ? ਜਿਸ ਕਰਮ ਵਿੱਚੋਂ ਸਾਨੂੰ ਪਰਮੇਸ਼ਰ ਯਾਦ ਆਉਂਦਾ ਹੈ, ਉਹ ਸਾਡਾ ਪੁੰਨ ਕਰਮ ਹੈ, ਤੇ ਜਿਸ ਕਰਮ ਵਿੱਚੋਂ ਸਾਨੂੰ ਪਰਮੇਸ਼ਰ ਦੀ ਯਾਦ ਭੁੱਲ ਜਾਏ, ਉਹ ਸਾਡਾ ਪਾਪ ਕਰਮ ਹੈ। ਇਹ ਗੱਲ ਪੱਲੇ ਬੰਨ ਲੈਣੀ ਚਾਹੀਦੀ ਹੈ। ਜਿਹੜੇ ਕਰਮ ਅਸੀਂ ਰੋਜ਼ਾਨਾ ਜ਼ਿੰਦਗੀ ਵਿੱਚ ਕਹਿੰਦੇ ਅਸੀਂ ਤਾਂ ਕਿਸੇ ਦਾ ਬੁਰਾ ਕੀਤਾ ਹੀ ਨਹੀਂ, ਅਸੀਂ ਤਾਂ ਕਿਸੇ ਨਾਲ ਪਾਪ ਹੀ ਨਹੀਂ ਕੀਤਾ, ਅਸੀਂ ਤਾਂ ਕਿਸੇ ਨਾਲ ਕੋਈ ਜਿਹੀ ਗੱਲ ਹੀ ਨਹੀਂ ਕੀਤੀ। ਢੋਲਿਆ ਦੇਖ ਕਰਮ ਆਪਣੇ, ਦੇਖ ਵੀ ਤੇਰੇ ਕਰਮ ਸੱਚਮੁੱਚ ਇਹੋ ਜਿਹੇ ਨੇ ਜਿਨ੍ਹਾਂ ਵਿੱਚ ਕਰਤਾਰ ਚਿੱਤ ਆਉਂਦਾ ਹੈ। ਜੇ ਤੂੰ ਕਿਰਤ ਕਰਦੇ ਆ, ਧੰਦਾ ਕਰਦੇ ਆ, ਦੇਖੋ ਬੈਠ ਕੇ ਲੋਕਾਂ ਨੂੰ ਲੁੱਟਦਾ ਹੈ, ਤਾਂ ਫਿਰ ਕਿੱਥੇ ਗੱਲ ਬਣੇਗੀ? ਤੇਰੇ ਕਰਮ ਵਿੱਚ ਪੁੰਨ ਨਹੀਂ ਹੈ, ਕਰਮ ਵਿੱਚ ਪਾਪ ਹੈ। ਦੂਜੇ ਦਾ ਹੱਕ ਮਾਰਨਾ ਪਾਪ ਹੈ, ਕਿਸੇ ਦਾ ਹੱਕ ਖਾਣਾ ਪਾਪ ਹੈ। ਗੱਲ ਤਾਂ ਗੁਰੂ ਸਾਹਿਬ ਇਹ ਗੱਲ ਸਮਝਾਉਂਦੇ ਨੇ ਸਾਨੂੰ, ਕਹਿੰਦੇ ਕਿ ਦੇਖ ਜੋਗੀ, ਤੂੰ ਇਹ ਪਾਪ ਪੁੰਨ ਦੀ ਗੱਲ, ਇਹ ਕਰਮ ਚੰਗੇ ਕਿਹੜੇ ਨੇ, ਮਾੜੇ ਕਰਮ ਨੇ, ਇਹ ਗੱਲ ਸੋਚ। ਇਹ ਨਾ ਸੋਚ ਘਰ ਛੱਡ ਦਿੱਤਾ, ਇਹ ਸੋਚ ਗਿਆਨ ਕੀ ਹੈ ਤੇ ਅਗਿਆਨਤਾ ਕੀ ਹੈ। ਗੱਲ ਤਾਂ ਸੋਚਣ ਦੀ, ਗਿਆਨ ਕੀ ਹੈ, ਅਗਿਆਨਤਾ ਕੀ ਹੈ। ਜੇ ਤਾਂ ਤੂੰ ਅਗਿਆਨਤਾ ਵਾਲੇ ਕਰਮ ਹੀ ਕੀਤੇ, ਫਿਰ ਦੱਸ ਉਹਦੇ ਨਾਲ ਰੱਬ ਕਿਵੇਂ ਮਿਲੇਗਾ, ਪਰਮੇਸ਼ਰ ਕਿਵੇਂ ਮਿਲੇਗਾ? ਇਹ ਤਾਂ ਤੇਰਾ ਕਰਮ ਅਗਿਆਨਤਾ ਵਾਲਾ ਹੈ ਕਿ ਸੰਸਾਰ ਵਿੱਚ ਮਾਲਕ ਦੀ ਦਿੱਤੀ ਹੋਈ ਦਾਤਾਂ ਨੂੰ ਛੱਡ ਕੇ ਤੇ ਹੋਰ ਬਾਹਰ ਨੂੰ ਤੁਰਿਆ ਫਿਰੇ, ਜੰਗਲਾਂ 'ਚ ਜਾ ਕੇ ਕਿਵੇਂ ਜੀ ਅਸੀਂ ਤਾਂ ਬੜਾ ਘਰ ਤਿਆਗ ਦਿੱਤਾ। ਉਹਨੇ ਦਾਤ ਵੀ, ਜਿਹੜੀ ਜੰਗਲ ਵੀ ਪਰਮੇਸ਼ਰ ਦੀ ਦਾਤ ਹੈ, ਇਹਨੂੰ ਉਹਦੀ ਦਾਤ ਸਮਝ ਕਿ ਤੇਰੇ ਅੰਦਰ ਭੁਲੇਖਾ ਬਣ ਗਿਆ। ਸਤਿਗੁਰੂ ਆਪਣਾ ਮਤ ਜਿਹੜਾ ਹੈ ਉਹ ਸਮਝਾ ਰਹੇ। ਫਿਰ ਅੱਗੇ ਕਹਿੰਦੇ, ਪਰ ਘਰ ਚਿਤ ਨਾ ਡੁਲਾਈ, ਦੋ ਮਾਤਰਾ ਲੱਗੀਆਂ ਹੋਈਆਂ ਡੱਡੇ ਨੂੰ। ਅਸਲ ਸ਼ਬਦ ਹੋੜੇ ਨਾਲ ਹੈ, ਲੇਕਿਨ ਉਚਾਰਨ ਦਾ ਅੰਕੜਨਾ ਹੋਣਾ। ਦੂਜਾ ਮਾਤਰਾ ਤਾਂ ਹੀ ਲੱਗੀ ਹੈ ਤਦ ਕਿ ਇਹ ਸਾਨੂੰ ਇਹਦੇ ਉਚਾਰਨ ਦਾ ਪਤਾ ਲੱਗ ਜਾਏ, ਕਿਉਂਕਿ ਜਾਈ ਤੇ ਡੁਲਾਈ, ਡੋਲਾਈ ਦੇ ਨਾਲ ਜਾਈ ਲਫ਼ਜ਼ ਦੀ ਜਿਹੜਾ ਹੈ ਕਾਵ ਤੋਲ ਵੀ ਨਹੀਂ ਮਿਲਦਾ। ਉਸ ਮਾਤਰਾ ਪੂਰੀ ਕਰਨ ਲਈ ਗੁਰੂ ਸਾਹਿਬ ਜੀ ਨੇ ਇਹਨੂੰ ਔਂਕੜ ਲਾਇਆ, ਇਹਦਾ ਉਚਾਰਨ ਵੀ ਔਂਕੜ ਨਾਲ ਹੀ ਹੋਏਗਾ, ਭਾਵੇਂ ਮੂਲ ਸ਼ਬਦ ਡੋਲਾਈ ਹੈ। ਤੇ ਗੁਰੂ ਸਾਹਿਬ ਜੀ ਸਾਨੂੰ ਜਵਾਬ ਦਿੰਦੇ ਨੇ, ਖਾਟੀ ਬਾਟੀ ਨੀਂਦ ਨ ਆਵੇ, ਪਰ ਕਰ ਚਿਤ ਨਾ ਡੁਲਾਈ। ਦੇਖ
ਅਸਲੀ ਕਹਾਣੀ ਤਾਂ ਇਹ ਹੈ ਬਈ ਰਹਿ ਸੰਸਾਰ ਵਿੱਚ ਪਰ ਕਿਸੇ ਦਾ ਰੂਪ ਦੇਖ ਕੇ ਬੇਈਮਾਨ ਨਾ ਹੋਏ। ਕਿਸੇ ਦੇ ਪਦਾਰਥ ਦੇਖ ਕੇ ਅੱਖਾਂ ਦੇਖਣ ਤਾਂ ਸਭ ਕੁਝ, ਪਰ ਇਹਨਾਂ ਅੱਖਾਂ ਨਾਲ ਇਹਨਾਂ ਅੱਖਾਂ ਵਿੱਚ ਮੈਲ ਨਾ ਆਉਣ ਦੇ। ਅੱਖੀਓ ਤੱਕਣਾ ਸਿਫਤ ਤੁਹਾਡੀ, ਤੱਕਦੀਆਂ ਤੱਕਦੀਆਂ ਅੱਕੋ ਨਾ। ਜਗਤ ਤਮਾਸ਼ਾ ਰਜ ਰਜ ਤੱਕੋ, ਤੱਕਦੀਆਂ ਤੱਕਦੀਆਂ ਥੱਕੋ ਨਾ। ਪਰ ਦੇਖਣਾ ਇਸ ਤੱਕ ਵਿੱਚ ਕਿਤੇ ਮੈਲੀਆਂ ਮੂਲ ਨਾ ਹੋਇਓ ਜੇ। ਇਹ ਗੁਰਬਾਣੀ ਦਾ ਸਿਧਾਂਤ ਕਵੀ ਨੇ ਏਦਾਂ ਲਿਖਿਆ ਕਿ ਇਸ ਤੱਕ ਵਿੱਚ ਮੈਲੇ ਨਹੀਂ ਹੋਣਾ। ਪਰ ਤਾਂ ਰੂਪ ਨਾ ਪੇਖੇ ਨੇਤਰ ਦੀ ਗੱਲ ਕੀਤੀ। ਇਹਨਾਂ ਅੱਖਾਂ ਨਾਲ ਬਗਾਨਾ ਪਰਾਇਆ ਰੂਪ ਹੀ ਨਹੀਂ ਦੇਖਣਾ। ਜਦੋਂ ਅਸੀਂ ਆਨੰਦ ਕਾਰਜ ਦੀ ਗੱਲ ਕਰਦੇ ਹਾਂ, ਆਨੰਦ ਕਾਰਜ ਵੇਲੇ ਸਿੱਖਿਆ ਦਿੱਤੀ ਜਾਂਦੀ ਹੈ ਵੀ ਹੁਣ ਤੇਰਾ ਸੰਬੰਧ ਇਹਦੇ ਨਾਲ ਜੁੜ ਗਿਆ ਹੈ, ਪਤਨੀ ਨੂੰ ਵੀ ਪਤੀ ਨੂੰ ਵੀ। ਹੁਣ ਤੂੰ ਕੰਧ ਬਣ ਗਈ ਹੈ, ਹੁਣ ਤੂੰ ਸੁਹਾਗਣ ਬਣ ਗਈ ਹੈ। ਸੁਹਾਗਣ ਉਹ ਨਹੀਂ ਹੁੰਦੀ ਜਿਹੜੀ ਕਿਤੇ ਬਾਹਰ ਝਾਕ ਰੱਖੇ। ਜਿਹਦੀ ਝਾਕ ਬਾਹਰ ਹੈ ਉਹ ਸੁਹਾਗਣ ਬਣ ਹੀ ਨਹੀਂ ਸਕਦੀ। ਇਨਸਾਨ ਹੀ ਨਹੀਂ ਬਣ ਸਕਦਾ ਜਿਹਦੀ ਝਾਕ ਬਾਹਰ ਹੈ। ਉੱਥੇ ਗੁਰੂ ਸਾਹਿਬ ਜੀ ਕਹਿੰਦੇ ਆ ਕਿ ਜੇ ਉਹ ਤਾਂ ਫਿਰ ਬਾਬਾ ਫਰੀਦ ਜੀ ਨੇ ਵੀ ਗੱਲ ਲਿਖੀ, ਢੂੰਢੇਂਦੀਏ ਸੁਹਾਗ ਕੋ ਤੋ ਤਨ ਕਾਈ ਕੋਰ, ਜਿੰਨਾ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ। ਸੁਹਾਗਣਾ ਦੇ ਅੰਦਰ ਹੋਰ ਝਾਕ ਨਹੀਂ ਹੁੰਦੀ। ਸੁਹਾਗਣ ਬਣ, ਘਰ ਵਿੱਚ ਤੈਨੂੰ ਸਭ ਕੁਝ ਮਿਲਿਆ, ਪਰਿਵਾਰ ਮਿਲਿਆ, ਇਸਤਰੀ ਮਿਲੀ, ਪਰ ਤੇਰਾ ਰੂਪ ਨਾ ਪੇਖੇ ਨੇਤਰ ਦੀ ਗੱਲ ਗੁਰੂ ਸਾਹਿਬ ਜੀ ਨੇ ਕੀਤੀ। ਗੁਰੂ ਸਾਹਿਬ ਜੀ ਨੇ ਇਹ ਵੀ ਗੱਲ ਸਮਝਾ ਦਿੱਤੀ, ਅਸਲ ਵਿੱਚ ਪਰ ਨਾਰੀ ਦੇ ਨਾਲ ਸੰਬੰਧ ਬਣਾਉਣਾ ਇਸ ਤਰ੍ਹਾਂ ਹੈ ਜਿਵੇਂ ਸੱਪ ਦੇ ਨਾਲ ਸੰਬੰਧ ਬਣਾਉਣਾ ਹੋਵੇ। ਔਰ ਸੱਪ ਜਿਹੜਾ ਉਹ ਹਮੇਸ਼ਾ ਹੀ ਡੰਗ ਮਾਰਦਾ ਹੈ, ਉਹਦਾ ਸੁਭਾਅ ਹੈ ਡੰਗ ਮਾਰਨਾ, ਸੱਪ ਦਾ ਸੁਭਾਅ। ਔਰ ਖਿਆਲ ਕਰਿਓ ਸੱਪ ਦੀ ਸਿਰੀ ਵੀ ਫੇਰਨ ਲਈ ਹਰ ਬੰਦਾ ਤਿਆਰ ਹੁੰਦਾ ਹੈ ਕਿ ਅਸੀਂ ਸੱਪ ਦੀ ਸਿਰੀ ਕਿੱਦਾਂ ਫੇਰਨੀ ਹੈ। ਕਹਿੰਦੇ ਯਾਦ ਰੱਖੀ, ਜੇ ਸੰਬੰਧ ਬਣ ਗਿਆ ਤੇ ਤੇਰੀ ਸਿਰੀ ਵੀ ਮਾਲਕ ਨੇ ਇਸੇ ਤਰ੍ਹਾਂ ਫੇਰਨੀ ਜਿਵੇਂ ਸੱਪ ਦੀ ਸਿਰੀ ਫੇਰ ਜਾਂਦੀ ਹੈ। ਖਿਆਲ ਕਰ। ਅਬ ਗੁਰੂ ਪਾਤਸ਼ਾਹ ਜੀ ਜੋ ਸਾਨੂੰ ਸਮਝਾਉਂਦੇ ਨੇ, ਜੈਸਾ ਸੰਗ ਵਿਸ਼ੇਰ ਸਿਉ ਹੈ ਰੇ ਤੈਸੋ ਹੀ ਇਹ ਪਰਗ੍ਰਹਿ। ਇਹ ਪਰ ਕਰ ਇਧਰ ਜੇ ਸੱਪ ਦੇ ਨਾਲ ਤੇਰਾ ਸੰਗ ਹੁੰਦਾ ਹੈ। ਪਲਕ ਦ੍ਰਿਸ਼ਟ ਦੇਖ ਭੁੱਲੋ। ਆ ਫਿਰ ਅਗਲੀ ਗੱਲ ਹੋਰ ਸਮਝਾਉਂਦੇ ਗੁਰੂ ਪਾਤਸ਼ਾਹ ਜੀ, ਕਹਿੰਦੇ ਪਲਕ ਦ੍ਰਿਸ਼ਟ ਦੇਖ ਭੁੱਲੋ ਹੀ ਆਕ ਨੀਮ ਕੋ ਤਮੂਰ। ਇੱਕ ਹੋਰ ਰੀਲ ਦਿੱਤੀ ਗੁਰੂ ਮਹਾਰਾਜ ਨੇ, ਕਹਿੰਦੇ ਅੱਖਾਂ ਭੁੱਲ ਗਈਆਂ। ਤੈਨੂੰ ਪਤਾ ਦੇਖਣ ਨੂੰ ਤਾਂ ਬੜਾ ਖੂਬਸੂਰਤ ਹੈ, ਕਿਵੇਂ ਕਹਿੰਦੇ ਅੱਖ ਦੇਖਿਆ, ਅੱਖ ਦੀਆਂ ਜਿਹੜੀਆਂ ਲੱਗੀਆਂ ਹੋਏ ਅੰਬ ਖੜੀਆਂ ਅੰਬ ਵਰਗੀਆਂ ਹੁੰਦੀਆਂ ਨੇ। ਅੱਖ ਦੀ ਲੱਗੀ ਹੋਈ ਅੰਬ ਖੜੀ ਅੰਬ ਵਰਗੀ ਹੁੰਦੀ ਹੈ, ਪਰ ਯਾਦ ਰੱਖ ਉਹ ਅੰਬ ਖੜੀ ਅੰਬ ਵਾਂਗੂ ਮਿੱਠੀ ਨਹੀਂ, ਸਗੋਂ ਬਹੁਤ ਕੌੜੀ ਹੁੰਦੀ ਹੈ। ਉਹਦਾ ਤੱਤ ਕੀ ਹੈ, ਅਸਲੀਅਤ ਕੀ ਹੈ, ਪਰ ਗ੍ਰਹਿ ਦੀ ਅਸਲੀਅਤ ਕੀ ਹੁੰਦੀ ਹੈ, ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ ਬਾਣੀ ਅੰਦਰ। ਕਹਿੰਦੇ ਫਿਰ ਦੇਖ ਨਿੰਮ ਦੇਖ, ਨਮੋਲੀਆਂ ਲੱਗਦੀਆਂ ਤੇ ਨਿੰਮ ਦੇ ਦੇਖਣ ਨੂੰ ਕਿੰਨੀ ਖੂਬਸੂਰਤ ਲੱਗਦੀ ਹੈ। ਲੇਕਿਨ ਨਮੋਲੀ ਭਾਵੇਂ ਫਾਇਦੇਮੰਦ ਪਰ ਕੌੜੀ ਬੜੀ ਹੈ, ਅਸਲ ਕੌੜੀ ਹੈ। ਕਹਿੰਦੇ ਹੁਣ ਤੁੰਮਾ ਦੇਖਿਆ ਕਦੀ? ਖਰਬੂਜੇ ਤੇ ਤੁੰਮੇ ਦਾ ਰੰਗ ਇੱਕੋ ਜਿਹਾ ਹੁੰਦਾ, ਖਰਬੂਜੇ ਦਾ ਤੇ ਤੁੰਮੇ ਦਾ ਰੰਗ ਇੱਕੋ ਜਿਹਾ ਹੁੰਦਾ। ਜੇ ਕੋਈ ਵਿਅਕਤੀ ਤੁੰਮੇ ਨੂੰ ਖਰਬੂਜਾ ਸਮਝ ਕੇ ਖਾਣਾ ਸ਼ੁਰੂ ਕਰ ਦੇਵੇ, ਦੱਸੋ ਜੇ ਤੁੰਮੇ ਦੀ ਕੀ ਗਲਤੀ ਹੈ? ਗੁਰੂ ਸਾਹਿਬ ਨੇ ਇੱਕ ਹੋਰ ਜੈਤਸਰੀ ਦੀ ਵਾਰ ਚ ਵੀ ਪ੍ਰਮਾਣ ਦਿੱਤਾ, ਕਹਿੰਦੇ ਪਖੰਦੜੋ ਕੀ ਭੁੱਲ ਤੁੰਮਾ ਦਿਸਣ ਸੋਹਣਾ, ਅਡ ਨਾ ਲਹੰਦੜੋ ਮੁੱਲ ਨਾਨਕ ਸਾਥ ਨਾ ਜੁਲੀ ਮਾਇਆ। ਇਹ ਤਾਂ ਦੇਖਣ ਵਾਲੇ ਦੀ ਗਲਤੀ ਹੈ ਨਾ, ਤੁੰਮੇ ਦੀ ਕੀ ਗਲਤੀ? ਤੁੰਮਾ ਤਾਂ ਕੌੜਾ ਹੀ ਹੈ, ਜ਼ਹਿਰ ਵਰਗਾ ਕੌੜਾ ਹੈ ਤੁੰਮਾ। ਇਸ ਤੁੰਮੇ ਦੀ ਕਹਿੰਦੇ ਹੁਣ ਇਹ ਜਿਹੜਾ ਪਰਗ੍ਰਹਿ ਦੀ ਗੱਲ ਕੀਤੀ ਹੈ ਨਾ, ਪਰਗ ਦ੍ਰਿਸ਼ਟ ਦੇਖ ਭੂਲੋ, ਤੇ ਕਹਿੰਦੇ ਨੇ ਇਸ ਤਰ੍ਹਾਂ ਜਿਵੇਂ ਅੱਖ ਨੀਮ ਕੋ ਤਮੂਰ, ਜਿਵੇਂ ਅੱਖ ਦਾ ਤੇ ਨਿੰਮ ਦਾ ਤੇ ਤਮੂਰ ਦਾ ਤੁੰਮੇ ਦਾ, ਕਿ ਜਿੰਨਾ ਇਹਨਾਂ ਦੀ ਕੜੱਤਣ ਹੈ ਪਰਗ੍ਰਹਿ ਦੀ ਇੰਨੀ ਕੜੱਤਣ ਹੈ। ਗੁਰਬਾਣੀ ਦੇ ਅੰਦਰ ਗੁਰੂ ਪਾਤਸ਼ਾਹ ਨੇ ਜਿਹੜੀ ਗੱਲ ਸਾਨੂੰ ਸਮਝਾਈ ਹੈ। ਤੋ ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਗੱਲ ਸਮਝਾਉਂਦੇ ਨੇ ਕਿ ਦੇਖ ਜੋਗੀ ਪਰ ਘਰ ਚਿਤ ਨਾ ਡੁਲਾਈ। ਇਹ ਆਪਣੇ ਪਰ ਘਰ ਦੇਖ ਕੇ ਆਪਣਾ ਚਿਤ ਨਹੀਂ ਡਵਾਉਣਾ। ਇੱਥੇ ਤਾਂ ਪਰ ਬੇਟੀ ਕੋ ਬੇਟੀ ਜਾਣੇ ਦੀ ਗੱਲ ਕੀਤੀ ਹੈ। ਇੱਥੇ ਗੁਰੂ ਸਾਹਿਬ ਜੀ ਨੇ ਰਹਿਤਰਾਮਿਆਂ ਵਿੱਚ ਸਾਨੂੰ ਇਹ ਗੱਲ ਦੜਾਈ ਹੈ। ਔਰ ਭਾਈ ਗੁਰਦਾਸ ਜੀ ਵੀ ਕਹਿੰਦੇ ਆ, ਹੋਂ ਤੇ ਸਕੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਉਹ ਤੋਂ ਸਦਕੇ ਕੁਰਬਾਨ ਬਲਿਹਾਰ ਜਿਹੜਾ ਪਰ ਨਾਰੀ ਦੇ ਨੇੜੇ ਨਹੀਂ ਜਾਂਦਾ। ਫਿਰ ਤਾਂ ਕਹਿੰਦੇ ਸਾਨੂੰ ਇੱਥੋਂ ਤੱਕ ਹਦਾਇਤ ਕੀਤੀ
ਉਹ ਮਾਵਾਂ ਭੈਣਾਂ ਧੀਆਂ ਜਾਣ ਉਹਨਾਂ ਨੂੰ ਨਾ ਕਿ ਉਹਨਾਂ ਨੂੰ ਇਹ ਸੰਬੰਧ ਬਣਾਉਂਦੀਆਂ ਗੱਲਾਂ ਕਰ। ਕਹਿੰਦੇ ਜੋਗੀ ਧਰਮ ਇਹ ਨਹੀਂ ਸਿਖਾਉਂਦਾ ਇਸਤਰੀ ਤਿਆਗ ਦੇ, ਮਤ ਇਹ ਸਿਖਾਉਂਦਾ ਕਿ ਪਰ ਘਰ ਚੇਤਨਾ ਡੁਲਾਈ ਦੀ ਗੱਲ ਸੋਚ। ਬਿਨ ਨਾਮੈ ਮਨ ਟੇਕ ਨ ਟਿਕੀ, ਨਾਨਕ ਭੂਖ ਨ ਜਾਈ। ਗੁਰੂ ਪਾਤਸ਼ਾਹ ਨੂੰ ਕਹਿਣ ਲੱਗੇ, ਦੇਖ ਬਈ ਹੁਣ ਨਾਮ ਤੋਂ ਬਿਨਾ ਮਨ ਟੇਕ ਕੇ ਨਹੀਂ ਰਹਿੰਦਾ ਤੇ ਮਾਇਆ ਦੀ ਤ੍ਰਿਸ਼ਨਾ ਵੀ ਕਦੀ ਖਤਮ ਨਹੀਂ ਹੁੰਦੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਗੱਲ ਸਮਝਾਉਂਦੇ ਨੇ ਜੋਗੀ ਕਿ ਹੁਣ ਮਾਇਆ ਦੀ ਜਿਹੜਾ ਨਾਮ ਤੋਂ ਬਿਨਾ ਮਨ ਨਹੀਂ ਟਿਕਦਾ। ਮਨ ਨੂੰ ਟਿਕਾਉਣ ਦਾ ਸਾਧਨ ਪਰਮੇਸ਼ਰ ਦੀ ਬੰਦਗੀ ਹੈ, ਨਾ ਕਿ ਘਰ-ਬਾਰ ਤਿਆਗਣਾ ਹੈ, ਆਟੀ ਬਾਟੀ ਛੱਡ ਕੇ ਚਲੇ ਜਾਣਾ। ਕਹਿੰਦੇ ਇਹ ਕੋਈ ਸਿਧਾਂਤ ਨਹੀਂ ਹੈ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਵੀ ਮਨ ਦਾ ਜਿਹੜਾ ਸੁਭਾਅ ਹੈ ਉਹ ਟਿਕਦਾ ਨਹੀਂ, ਪਰ ਇਹਨੂੰ ਅਸੀਂ ਗੁਰੂ ਦੇ ਪਰਮੇਸ਼ਰ ਦੇ ਨਾਮ ਦੇ ਨਾਲ ਟਿਕਾਉਣਾ ਹੈ। ਇਹਦੇ ਭਾਵੇਂ ਚੋਂ ਤ੍ਰਿਸ਼ਨਾ ਦੀ ਅੱਗ ਨਹੀਂ ਹਟਦੀ, ਪਰ ਅਸੀਂ ਇਸ ਅੱਗ ਨੂੰ ਇਸ ਅੱਗ ਨੂੰ ਕਾਬੂ ਚ ਕਰਕੇ ਰੱਖਣਾ। ਗੁਰੂ ਸਾਹਿਬ ਜੀ ਨੇ ਸਾਨੂੰ ਇਹ ਗੱਲ ਕੀਤੀ। ਹਾਟ ਬਟਨ ਘਰ ਗੁਰੂ ਦਿਖਾਇਆ, ਸਹਜੇ ਸੱਚ ਵਾਪਾਰੋ। ਹਾਟ ਦਾ ਅਰਥ ਹੱਟੀ, ਬਟਨ ਦਾ ਅਰਥ ਸ਼ਹਿਰ। ਕਹਿੰਦੇ ਇਹ ਹਾਟ ਦਾ ਹੱਟੀ ਦਾ ਮਤਲਬ ਵਾਹਿਗੁਰੂ ਦੀ ਬੰਦਗੀ ਕਰਨ ਲਈ ਇਹ ਹੱਟੀ ਹੈ, ਤੇ ਬਟਨ ਦਾ ਅਰਥ ਹੁੰਦਾ ਸ਼ਹਿਰ। ਗੁਰੂ ਸਾਹਿਬ ਜੀ ਨੇ ਸਾਨੂੰ ਟਿਕਾਣਾ ਦਿਖਾ ਦਿੱਤਾ, ਉਹ ਹੱਟੀ ਦਿਖਾ ਦਿੱਤੀ ਹੈ, ਉਹ ਘਰ ਦਿਖਾ ਦਿੱਤਾ ਹੈ ਕਿਹੜਾ ਕਿ ਦੁਨੀਆ ਦੇ ਧੰਦਿਆਂ ਵਿੱਚੋਂ ਅਡੋਲ ਰਹਿ ਕੇ ਜਿੱਥੇ ਨਾਮ ਕਿਵੇਂ ਸਿਮਰਨਾ ਹੈ, ਉਹਦੀ ਯਾਦ 'ਚ ਕਿਵੇਂ ਜੁੜਨਾ ਹੈ, ਇਹ ਗੱਲ ਸਾਨੂੰ ਗੁਰੂ ਪਾਤਸ਼ਾਹ ਨੇ ਦੱਸ ਦਿੱਤੀ ਹੈ। ਹਾਟ ਦਾ ਅਰਥ ਹੈ ਇੱਥੇ ਹੱਟੀ, ਪਟਨ ਦਾ ਅਰਥ ਹੈ ਸ਼ਹਿਰ। ਇੱਕ ਹੋਰ ਵੀ ਗੁਰਬਾਣੀ ਦੀ ਪੰਕਤੀ ਆਉਂਦੀ ਹੈ ਜਿੱਥੇ ਪਟਨ ਲਫ਼ਜ਼ ਆਉਂਦਾ, ਹਾਟ ਪਟਨ ਬਾਜ਼ਾਰ ਹੁਕਮੀ ਢੈਸੀਓ, ਪੱਕੇ ਬੰਕ ਦਵਾਰ ਮੂਰਖ ਜਾਣੇ ਆਪਣੇ, ਦਰ ਪਰੇ ਭੰਡਾਰ ਬੀਤੇ ਇੱਕ ਨੇ। ਇਹ ਗੁਰੂ ਹਾਟ ਪਟਨ ਬਾਜ਼ਾਰ ਦੀ ਉੱਥੇ ਜ਼ਿਕਰ ਆਉਂਦਾ, ਤਾਂ ਉੱਥੇ ਵੀ ਇਹੋ ਹੀ ਹੈ ਕਿ ਸਾਡਾ ਘਰ ਬਾਹਰ ਇਹ ਸ਼ਹਿਰ ਸਾਰਾ ਇਹ ਪਰਮੇਸ਼ਰ ਦਾ ਸਾਨੂੰ ਇਹ ਗਿਆਨ ਕਰਾ ਦਿੱਤਾ। ਜਿਸ ਮਨੁੱਖ ਨੂੰ ਨਾਮ ਜਪਣ ਦਾ ਅਸਲੀ ਟਿਕਾਣਾ ਗੁਰੂ ਦਿਖਾ ਦੇਵੇ। ਹੁਣ ਇੱਥੇ ਗੱਲ ਹੈ, ਇੱਥੇ ਕੋਈ ਸ਼ਹਿਰਾਂ ਦੀ ਗੱਲਾਂ ਨਹੀਂ ਹਨ, ਹੱਟੀ ਦੀ ਗੱਲ ਨਹੀਂ, ਸਰੀਰ ਰੂਪੀ ਹੱਟੀ ਹੈ ਨਾ, ਤੇ ਸਾਡਾ ਹਰਤੀ ਹੈ, ਤੇ ਟਿਕਾਣਾ ਕਿੱਥੇ ਹੈ ਇਹ ਗੁਰੂ ਦਿਖਾਉਂਦਾ, ਗੁਰੂ ਬਖਸ਼ਿਸ਼ ਕਰਦਾ। ਜੋਗੀ ਉਹ ਦੁਨੀਆ ਦੇ ਧੰਦਿਆਂ 'ਚ ਰਹਿੰਦਾ ਹੋਇਆ ਵੀ ਕਹਿੰਦਾ ਹੈ ਸਹਿਜੇ ਸੱਚ ਵਾਪਾਰੋ। ਤੇ ਉੱਥੇ ਸਹਿਜ ਦਾ ਮਤਲਬ ਆਤਮਕ ਅਡੋਲਤਾ ਵਿੱਚ ਜੁੜ ਕੇ, ਸਹਿਜ ਦਾ ਅਰਥ ਮਤਲਬ ਸਹਿਜ ਵਿੱਚ ਹੀ, ਅਡੋਲ ਵਿੱਚ ਇੱਕ ਚਿੱਤ। ਤੇ ਕਹਿੰਦੇ ਨੇ ਫਿਰ ਕੀ ਕਰਦਾ, ਨਾਮ ਦਾ ਵਪਾਰ ਕਰਦਾ, ਨਾਮ ਵਿਆਜਦਾ ਇੱਥੇ। ਇਸ ਤਰੀਕੇ ਦੇ ਨਾਲ ਕਹਿੰਦੇ ਨੇ ਗੱਲ ਸੁਣ ਜੋਗੀ, ਨੀਂਦਰਾ ਵੀ ਘਟ ਜਾਂਦੀ ਹੈ ਤੇ ਮਨੁੱਖ ਦਾ ਆਹਾਰ ਵੀ ਘਟ ਜਾਂਦਾ। ਇਹ ਗੱਲ ਵੀ ਥੋੜੀ ਜਿਹੀ ਸਮਝਣ ਵਾਲੀ ਹੈ। ਜਿਹੜੀ ਅਗਲੀ ਗੱਲ ਕਹਿੰਦੇ ਗੁਰੂ ਪਾਤਸ਼ਾਹ, ਖੰਡਤ ਨਿੰਦਰਾ ਅਲਪ ਆਹਾਰੰਗ, ਨਾਨਕ ਤਤ ਵਿਚਾਰੋ। ਖੰਡਤ ਦਾ ਅਰਥ ਨਾ ਖੰਡ ਕਰਦੇ ਨੇ, ਟੋਟੇ ਘਟਾ ਜਾਣੇ। ਜਦੋਂ ਕੋਈ ਚੀਜ਼ ਲੰਬੀ ਹੋਵੇ ਨਾ, ਉਹਦੇ ਟੋਟੇ ਕਰਦੇ ਤਾਂ ਛੋਟੀ ਹੋ ਜਾਂਦੀ ਹੈ, ਘੱਟ ਹੋ ਜਾਂਦੀ ਹੈ। ਖੰਡਤ ਦਾ ਮਤਲਬ ਛੋਟਾ ਕਰ ਦੇਣਾ, ਉਹਨੂੰ ਘੱਟ ਕਰ ਦੇਣਾ। ਅਲਪ ਦਾ ਅਰਥ ਤਾਂ ਥੋੜਾ ਜਿਹਾ, ਬਿਲਕੁਲ ਥੋੜਾ ਜਿਹਾ। ਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਜੋਗੀ ਦੇਖ, ਇਹ ਜੀਵਨ ਦੇ ਵਿੱਚ ਨਿੰਦਰਾ ਦੇ ਉੱਤੇ ਵੀ ਕਾਬੂ ਰੱਖ। ਨਿੰਦਰਾ ਦਾ ਮਤਲਬ ਇੱਥੇ ਹੁਣ ਜਿਹੜੀ ਗੱਲ ਸਮਝਣ ਦੀ ਹੈ, ਨਿੰਦਰਾ ਦਾ ਮਤਲਬ ਇੱਥੇ ਨਹੀਂ ਸੌਣਾ ਹੀ ਨਹੀਂ। ਸਾਨੂੰ ਸੌਣ ਦਾ ਤਾਂ ਗੁਰੂ ਸਾਹਿਬ ਨੇ ਮਨਾ ਹੀ ਨਹੀਂ ਕੀਤਾ। ਕਹਿੰਦੇ ਸੋਏ ਰਹੀ ਪ੍ਰਭ ਖਬਰ ਨਾ ਜਾਣੀ, ਭੌਰ ਪਿਆ ਬੋਹਰ ਪਛਤਾਨੀ। ਜੇ ਸੁੱਤੀ ਰਹਿ ਗਈ ਤੇ ਪ੍ਰਭੂ ਦੀ ਯਾਦ ਵਿੱਚ ਸੌਣ ਦਾ ਉਹ ਸਮਾਂ ਵੀ ਨਿਭਾ ਦਿੱਤਾ, ਜਿਹੜਾ ਸਮਾਂ ਪਰਮੇਸ਼ਰ ਦੀ ਯਾਦ ਵਿੱਚ ਜੁੜਨ ਦਾ ਸੀ, ਜ਼ਿੰਦਗੀ ਦਾ ਪਲ, ਕੀਮਤੀ ਪਲ। ਤੇ ਜਦੋਂ ਭੌਰ ਪਿਆ, ਜਦੋਂ ਸਮਾਂ ਆ ਗਿਆ ਜਾਣ ਦਾ, ਤੇ ਫਿਰ ਪਛਤਾਵਾ ਬਾਕੀ ਬਚਣਾ ਰਹਿ ਗਿਆ। ਪਛਤਾਵਾ ਉਦੋਂ ਬੰਨਾ ਕੁਛ ਨਹੀਂ, ਕਿਉਂਕਿ ਉਸ ਸਮੇਂ ਸਾਡੇ ਕੋਲ ਰਹਿਣਾ ਕੁਛ ਨਹੀਂ। ਅਸੀਂ ਜੋ ਕੁਛ ਕਰਨਾ ਸੀ ਉਹ ਹੁਣ ਕੀਤਾ ਨਹੀਂ, ਤੇ ਹੁਣ ਕਰਾਂਗੇ ਕੀ। ਤੇ ਗੁਰੂ ਪਾਤਸ਼ਾਹ ਦੀ ਜਿਹੜੀ ਗੱਲ ਸਮਝਾਉਂਦੇ ਨੇ ਇਹਦੇ ਵਿੱਚ ਵੀ ਦੇਖ, ਇਹ ਤਾਂ ਹੁਣ ਜੋ ਵੀ ਗੱਲ ਸੁਣ, ਅਸਲ ਵਿੱਚ ਜਿਹੜੀ ਗੱਲਬਾਤ ਹੈ
ਉਹ ਗੱਲ ਪਰਮੇਸ਼ਰ ਦੇ ਨਾਮ ਵਿੱਚ ਜੁੜਨ ਦੀ ਹੈ, ਨਾ ਕਿ ਘਰ-ਬਾਰ ਤੱਕ ਕੇ ਆਪਣੇ ਸੰਸਾਰ ਤੋਂ ਭੱਜਣ ਦੀ ਹੈ। ਕਿਉਂਕਿ ਇਹ ਤਾਂ ਸੌਦੇ ਵਪਾਰੀ ਇੱਥੇ ਸੌਦਾ ਕਰਨ ਆਏ ਹੈ। ਹਾਂ ਠੀਕ ਹੈ, ਪ੍ਰਜਾ ਦੀ ਗਿਆਨ ਵੀ ਹੋਣੀ ਹੈ, ਭਾਏ ਭਰੇ ਮੁਰਦਾਰ ਹੈ, ਪਰ ਜੇ ਸਤਿਗੁਰੂ ਵਿਟੋਂ ਵਾਰਿਆ ਹੈ ਸਾਡੀ ਗੱਲ, ਅਸੀਂ ਤਾਂ ਆਪਣੇ ਸਤਿਗੁਰੂ ਤੋਂ ਕੁਰਬਾਨ ਜਾਂਦੇ ਹਾਂ, ਜਿਨ੍ਹਾਂ ਨੇ ਕਿਰਪਾ ਕਰਕੇ ਸਾਡੇ ਗੁਰੂ ਨੇ ਬਖਸ਼ਿਸ਼ ਕਰਕੇ ਸਾਨੂੰ ਮਾਰਗ ਦੱਸ ਦਿੱਤਾ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਆਹਾਰ ਵੀ ਘਟ ਜਾਂਦਾ ਹੈ। ਤੱਤ ਵਿਚਾਰ ਇਹ ਹੈ ਵੀ ਮਨੁੱਖ ਫਿਰ ਮਾਇਆ ਦੀ ਗੂੜੀ ਨੀਂਦ ਵਿੱਚ ਵੀ ਨਹੀਂ ਸੌਂਦਾ। ਇਹਦੇ ਨਾਲ ਜੇ ਗੁਰੂ ਦੇ ਨਾਮ ਦਾ ਵਪਾਰ ਕੀਤਾ ਤੇ ਹੱਟ ਪਟਨ ਦੇ ਵਿੱਚ ਗੁਰੂ ਸਾਡੇ ਆ ਕੇ ਵਸ ਗਏ। ਇਹ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਸ ਪੌੜੀ ਦੇ ਵਿੱਚ ਜਿਹੜੀ ਵਿਚਾਰ ਦਿੱਤੀ ਹੈ, ਉਹਦਾ ਜਵਾਬ ਦਿੱਤਾ, ਜਿਹੜਾ ਜਵਾਬ ਉਹਨੇ ਪੁੱਛਿਆ ਸੀ। ਅਗਲੀ ਪੌੜੀ ਜਿਹੜੀ ਹੈ, ਜਿਹੜੀ 9ਵੀਂ ਪੌੜੀ ਹੈ, ਉਹਦੇ ਵਿੱਚ ਫਿਰ ਹੁਣ ਜੋਗੀ ਜਿਹੜੇ ਨੇ ਇੱਕ ਸਵਾਲ ਕਰਦੇ ਆ। ਇਹ ਪਤਾ ਕਿੱਥੋਂ ਲੱਗਦਾ ਹੈ ਵੀ ਕੌਣ ਜਵਾਬ ਕਰ ਰਿਹਾ, ਕੌਣ ਸਵਾਲ ਕਰ ਰਿਹਾ? ਇਹ ਗੱਲ ਜਿਹੜੀ ਕਿੱਥੋਂ ਪਤਾ ਲੱਗਦੀ ਹੈ? ਆਪਣੇ ਮਤ ਦੀ ਵਡਿਆਈ ਹੁਣ ਕਰਨ ਲੱਗਾ ਜੋਗੀ, ਅੱਗੋਂ ਜਿਹੜਾ ਲੋਹਾ ਰੀਪਾ ਸੀ, ਹੁਣ ਕੁਛ ਆਪਣੇ ਮਤ ਦੀਆਂ ਗੱਲਾਂ ਦੱਸਣ ਲੱਗੇ। ਉਹ ਮਤ ਕਿਹੜਾ? ਕਹਿੰਦੇ ਦਰਸ਼ਨ ਭੇਖ ਕਰੋ ਜੋ ਗਿੰਦਰਾ, ਮੁੰਦਰਾ ਝੋਲੀ ਖਿੰਤਾ। ਗੁਰੂ ਪਾਤਸ਼ਾਹ ਕਮਾਲ ਦੀਆਂ ਗੱਲਾਂ ਸਿੱਧ ਗੋਸ਼ਟ ਵੀ ਲਿਖਦੇ ਆ। ਦਰਸ਼ਨ ਦਾ ਅਰਥ ਹੈ ਮਤ, ਦਰਸ਼ਨ ਦਾ ਅਰਥ ਹੈ ਮਤ। ਗੁਰੂ ਸਾਹਿਬ ਜੀ ਫਿਰ ਕਹਿੰਦੇ ਜੋਗਿੰਦਰ, ਇੰਦਰ ਲਫ਼ਜ਼ ਹੁੰਦਾ ਰਾਜਾ, ਇੰਦਰ ਲਫ਼ਜ਼ ਦਾ ਅਰਥ ਹੈ ਰਾਜਾ। ਜੋਗਿੰਦਰਾ ਜੋਗੀਆਂ ਦਾ ਰਾਜਾ, ਜਿਹੜਾ ਸਭ ਤੋਂ ਵੱਡਾ ਮਤ ਜੋਗੀਆਂ ਦਾ। ਇੰਦਰ ਦਾ ਅਰਥ ਰਾਜ ਹੁੰਦਾ ਹੈ। ਜਿੰਦਰ ਦਾ ਅਰਥ ਹਾਥੀਆਂ ਦਾ ਰਾਜਾ। ਗਜਿੰਦਰ ਗਜ ਮੈਨੇ ਹਾਥੀ, ਇੰਦਰ ਮੈਨੇ ਰਾਜਾ, तो गजेंद्र ਦਾ ਅਰਥ ਹਾਥੀਆਂ ਦਾ ਰਾਜਾ। ਇਸੇ ਤਰ੍ਹਾਂ ਇੰਦਰ ਰਾਜਾ ਹੁੰਦਾ ਵੱਡਾ, ਇਹ ਕਹਿ ਲਓ ਵੱਡਾ, ਜੋਗੀ ਰਾਜ ਦਾ ਵੱਡਾ, ਜੋਗਿੰਦਰ ਵਿੱਚ ਜੋਗੀਆਂ ਦਾ ਵੱਡਾ ਜਾਂ ਜੋਗੀਆਂ ਦਾ ਰਾਜਾ। ਜਿਹੜੀ ਗੱਲ ਹੁਣ ਆਪਣੀ ਮੱਤ ਦੀ ਵਡਿਆਈ ਕਰਨ ਲੱਗਾ ਹੈ, ਕਹਿਣ ਲੱਗਾ ਵੀ ਜੋਗੀ ਕਹਿਣ ਲੱਗਾ ਦੇਖ, ਜੋ ਜਿਹੜਾ ਲੋਹਾ ਰੀਪਾ ਸੀ ਉਹ ਗੱਲ ਕਹਿਣ ਲੱਗਾ ਮੁੰਦਰਾਂ ਝੋਲੀ ਖਿੰਥਾ, ਤੇ ਬਾਬਾ ਤੂੰ ਸਾਡਾ ਮਤ ਬਹੁਤ ਉੱਚਾ ਹੈ। ਆਪਣੀ ਮਤ ਦੀ ਵਡਿਆਈ ਕਰਨ ਲੱਗਾ ਹੈ, ਕਹਿੰਦਾ ਸਾਡਾ ਮਤ ਬਹੁਤ ਉੱਚਾ। ਤੇ ਫਿਰ ਕੀ ਕਹਿੰਦੇ ਕਰ, ਕਹਿੰਦੇ ਤੂੰ ਮਤ ਗ੍ਰਹਿਣ ਕਰ ਲੈ। ਕਿਉਂ? ਕਹਿੰਦੇ ਸਰਾਧ ਕਰਨਾ ਕੀ ਪਏਗਾ? ਕਹਿੰਦੇ ਮੁੰਦਰਾ ਪਾ ਲਾ ਕੰਨ ਦੇ ਵਿੱਚ, ਆਪਣੇ ਕੰਨ ਪੜਵਾ ਲੈ, ਮੁੰਦਰਾ ਪਾ ਲਾ, ਤੇ ਮੁੰਦਰਾ ਪਾ ਕੇ ਤੇ ਫਿਰ ਅਗਲੀ ਗੱਲ ਕੀ ਕਹਿੰਦੇ, ਕਹਿੰਦੇ ਮੁੰਦਰਾ ਪਾ ਲੈ ਤੇ ਫਿਰ ਕੀ ਕਰਨਾ, ਕਹਿੰਦੇ ਝੋਲੀ ਰੱਖ ਲੈ ਤੇ ਖਿੰਥਾ ਰੱਖ ਲੈ। ਜਿਹੜੀਆਂ ਤਿੰਨ ਚੀਜ਼ਾਂ ਗੁਰੂ ਪਾਤਸ਼ਾਹ ਜੀ ਨੇ ਇਹਦੇ ਚ ਜ਼ਿਕਰ ਕੀਤਾ। ਉਹਨੇ ਆਪਣੇ ਜਿਹੜਾ ਜੋਗੀ ਮਤ ਹੈ, ਯੋਗ ਮਤ ਦਾ ਸਿਧਾਂਤ ਹੈ ਕਿ ਜੋਗੀ ਕਰਦੇ ਕੀ ਹੈ ਵੀ ਜਿਸ ਨੇ ਵੀ ਯੋਗ ਵਿੱਚ ਸ਼ਾਮਲ ਹੋਣਾ ਹੁੰਦਾ, ਸਭ ਤੋਂ ਪਹਿਲਾ ਕਰਮ ਹੁੰਦਾ ਉਹਦੇ ਕੰਨ ਛੇੜ ਕੇ, ਛੰਨ ਪਾੜ ਕੇ ਉਹਦੇ ਚ ਮੁੰਦਰਾ ਪਾਉਣੀਆਂ, ਤਾਂ ਕਿ ਦੂਰੋਂ ਹੀ ਪਤਾ ਲੱਗ ਜਾਏ ਵੀ ਇਹ ਯੋਗ ਮਤ ਦਾ ਧਾਰਨੀ। ਜਿਵੇਂ ਅਸੀਂ ਅੰਮ੍ਰਿਤ ਛਕ ਕੇ ਕਿਰਪਾਨ ਪਾਉਂਦੇ ਆ, ਇਸ ਗੱਲ ਦਾ ਅਹਿਸਾਸ ਹੁੰਦਾ ਵੀ ਇਹ ਗੁਰੂ ਵਾਲਾ ਬਣ ਗਿਆ। ਯੋਗ ਮਤ ਦਾ ਸਿਧਾਂਤ ਇਹ ਹੈ ਵੀ ਇਹ ਕਪੇ ਨੇ ਸਭ ਤੋਂ ਪਹਿਲਾਂ ਕੰਨ ਪਾੜਦੇ ਆ। ਹੁਣ ਇਹ ਕਿਉਂ ਗੱਲ ਕਰਨ ਲੱਗਾ? ਇਹਨੇ ਦੇਖਿਆ ਵੀ ਗੁਰੂ ਸਾਹਿਬ ਜਵਾਬ ਤਾਂ ਬੜੇ ਵਧੀਆ ਦੇ ਰਹੇ ਆ, ਹਰ ਗੱਲ ਦਾ ਜਵਾਬ ਇਹਨਾਂ ਤੇ ਕੋਲ ਹੈ। ਜੇ ਇਹ ਬਾਲਾ ਜਾਂ ਜੇ ਇਹ ਜੋਗੀ ਜਾਂ ਜੋ ਉਹਨੂੰ ਮਰਜ਼ੀ ਕਹਿ ਲਓ, ਜੇ ਸਾਡੇ ਮਤ ਨਾਲ ਕਿਤੇ ਰਲ ਜਾਵੇ ਤੇ ਇਹ ਮਤ ਜਿਹੜਾ ਸੰਸਾਰ ਤੱਕ ਫੈਲ ਜਾਏਗਾ। ਹੁਣ ਆਪਣੇ ਮਤ ਦੀ ਵਡਿਆਈ ਕਰਨ ਲੱਗਾ। ਇਹ ਗੱਲ ਉਹਨੇ ਦੇਖਿਆ ਕਦੋਂ ਵੀ ਜੋਗੀਆਂ ਨਾਲ ਮੈਂ ਪਹਿਲਾਂ ਬੇਨਤੀ ਕੀਤੀ ਸੀ, ਜਦੋਂ ਇੰਟਰੋਡਕਸ਼ਨ ਵਾਲੀ ਆਪਾਂ ਕਲਾਸ ਲਈ ਸੀ, ਉਹਦੇ ਵਿੱਚ ਗੱਲ ਕੀਤੀ ਸੀ ਵੀ ਜੋਗੀ 3 ਵਾਰੀ ਗੁਰੂ ਸਾਹਿਬ ਜੀ ਦੀ ਮੁਲਾਕਾਤ ਹੁੰਦੀ ਹੈ। ਇੱਕ ਨਾਨਕ ਮਤੇ ਜਿਹਨੂੰ ਗੁਰਖ ਮਤਾ ਉਦੋਂ ਨਾਂ ਸੀ, ਇੱਕ ਸੁਮੇਰ ਪਰਬਤ ਦੇ ਉੱਤੇ, ਤੇ ਤੀਜੀ ਚਾਲ ਬਟਾਲੇ ਦੇ ਉੱਤੇ। ਤਿੰਨਾਂ ਹੀ ਜਿਹੜੀਆਂ ਮੀਟਿੰਗਾਂ ਜਾਂ ਤਿੰਨੇ ਮੁਲਾਕਾਤਾਂ ਦਾ ਜਿਹੜਾ ਤੱਤਸਾਰ ਸੀ ਉਹ ਗੁਰੂ ਸਾਹਿਬ ਨੇ ਸਿੱਧ ਗੋਸ਼ਟ ਦੇ ਵਿੱਚ ਲਿਖਿਆ। ਵੀ ਸਿੱਧਾਂ ਦੇ ਨਾਲ ਤਿੰਨਾਂ ਦੇ ਵਿੱਚ ਤਿੰਨੇ ਜਗ੍ਹਾ ਤੇ ਹੋਈਆਂ ਜਿਹੜੀਆਂ ਵਿਚਾਰਾਂ ਸੀਗੀਆਂ, ਉਹਦਾ ਤੱਤਸਾਰ ਜਿਹੜਾ ਲਿਖਿਆ। ਸੁਮੇਰ ਪਰਬਤ ਤੇ ਜਦੋਂ ਗੁਰੂ ਸਾਹਿਬ ਨੂੰ ਮਿਲੇ ਇਹਨਾਂ ਜੋਗੀਆਂ ਨੂੰ, ਇਹਨਾਂ ਸਿੱਧਾਂ ਨੂੰ, ਉੱਥੇ ਜਦੋਂ ਇਹ ਦੇਖਿਆ
ਵੀ ਇਹਨੂੰ ਅਸੀਂ ਕਰਮ ਮਾਤਾ ਦੇ ਨਾਲ ਆਪਣੇ ਕਾਬੂ 'ਚ ਕਰ ਲਈਏ। ਜੋ ਵੀ ਗੁਰੂ ਸਾਹਿਬ ਨੇ ਖੱਪਰ ਦੇ ਦਿੰਦੇ ਨੇ, ਸਿੱਧਾ ਨੇ ਖੱਪਰ ਦਿੱਤਾ ਵੀ ਜਾ ਨੇੜੇ ਪਾਣੀ ਦਾ ਚਸ਼ਮਾ ਚੱਲ ਰਿਹਾ, ਪਹਾੜ ਦੀ ਉਚਾਈ ਕਿੰਨੇ ਹਜ਼ਾਰ ਫੁੱਟ ਉੱਚੀ, ਤਕਰੀਬਨ 19-20 ਹਜ਼ਾਰ ਫੁੱਟ ਚ ਸਮੇਰ ਪਰਬਤ ਕਹਿੰਦੇ ਨੇ। ਇੰਨੀ ਉਚਾਈ ਤੇ ਗੁਰੂ ਸਾਹਿਬ ਚੱਲ ਕੇ ਪੈਦਲ ਚੜ ਕੇ ਗਏ। ਅਸੀਂ ਕਿਤੇ 50 ਫੁੱਟ ਉੱਤੇ ਚੜਨਾ ਪੈ ਜਾਏ ਤੇ ਸਾਹ ਨਹੀਂ ਰਲਦਾ। ਗੁਰੂ ਸਾਹਿਬ ਦੀ ਜ਼ਿੰਦਗੀ ਦੇਖੋ ਕਿੰਨੇ ਕਠਿਨ ਤੇ ਤਪੱਸਿਆ ਦੇ ਵੀ ਸੀ, ਜਿੱਥੋਂ ਇਹਨੂੰ ਤਪੱਸਿਆ ਕਹਿੰਦੇ ਆ। ਹੋਰ ਤਪੱਸਿਆ ਕੋਈ ਭੋਰਿਆਂ 'ਚ ਵੜ ਕੇ ਨਹੀਂ ਹੁੰਦੀ, ਜੱਗ ਬਾਲ ਕੇ ਨਹੀਂ ਹੁੰਦੀ, ਇਹਨੂੰ ਤਪੱਸਿਆ ਕਹਿੰਦੇ। ਵੀ ਕਠਿਨ ਰਸਤਿਆਂ ਤੇ ਚੱਲਦੇ ਹੋਏ ਵੀ ਉਸ ਪਰਮੇਸ਼ਵਰ ਦਾ ਸ਼ੁਕਰਾਨਾ ਕਰੀ ਜਾਣਾ, ਇਹ ਤਪੱਸਿਆ ਹੈ। ਕਠਿਨ ਮਾਰਗ ਤੇ ਚੱਲਦੇ ਹੋਏ ਵੀ ਪਰਮੇਸ਼ਵਰ ਦੇ ਸ਼ੁਕਰਾਨੇ ਤੇ ਆਪਣੀ ਜ਼ਿੰਦਗੀ ਜੀ ਬਤੀਤ ਕਰਨੀ। ਇੱਥੇ ਹੁਣ ਗੁਰੂ ਸਾਹਿਬ ਜੀ ਨੂੰ ਜਦੋਂ ਕਹਿਣ ਲੱਗਾ, ਇਹ ਕਿਉਂ ਕਹਿੰਦਾ ਹੈ? ਕਹਿੰਦਾ ਵੀ ਸਮੇਰ ਪਰਬਤ ਤੇ ਅਸੀਂ ਮਿਲੇ ਸੀ, ਪਹਿਲਾਂ ਜਦੋਂ ਨਾਨਕ ਮਤੇ ਮਿਲੇ ਸੀ ਉਦੋਂ ਵੀ ਗੁਰੂ ਨੇ ਸਾਨੂੰ ਠਿੱਠ ਕਰ ਦਿੱਤਾ, ਤੇ ਜਦੋਂ ਹੁਣ ਕਿਉਂਕਿ ਨਾਨਕ ਮਤੇ ਅੱਜ ਵੀ ਪਿੱਪਲ ਹੈ ਜਿਹਦੀਆਂ ਜੜ੍ਹਾਂ ਥੋੜੀਆਂ ਬਾਹਰ ਨਜ਼ਰ ਆਉਂਦੀਆਂ, ਤੇ ਜੋਗੀਆਂ ਨੇ ਕਰਾਮਾਤਾਂ ਦੇ ਨਾਲ ਪਿੱਪਲ ਜ਼ਮੀਨ ਚੋਂ ਪੱਟ ਕੇ ਉਡਾਉਣ ਦੀ ਕੋਸ਼ਿਸ਼ ਕੀਤੀ। ਲੇਕਿਨ ਗੁਰੂ ਸਾਹਿਬ ਜੀ, ਮੈਂ ਇੱਕ ਹੋਰ ਬੇਨਤੀ ਕਰਦੇ ਹਾਂ ਕਿ ਸਤਿਗੁਰੂ ਜੀ ਨੇ ਸਾਰੀ ਆਪਣੀ ਜ਼ਿੰਦਗੀ ਵਿੱਚ ਕਦੀ ਚੈਲੰਜ ਨਹੀਂ ਕੀਤਾ ਵੀ ਤੂੰ ਉਡਾ ਤੇ ਮੈਂ ਰੋਕ ਕੇ ਦਿਖਾਉਣਾ। ਗੁਰੂ ਸਾਹਿਬ ਜੀ ਨੇ ਇਹ ਬਿਲਕੁਲ ਉਸੇ ਤਰ੍ਹਾਂ ਜਿਵੇਂ ਬਾਬਾ ਮਾਧੋ ਦਾਸ ਬਿਰਾਗੀ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਲੰਗ ਉੱਠਾ ਉਲਟਾਉਣ ਲੱਗਾ ਸੀ, ਲੇਕਿਨ ਗੁਰੂ ਸਾਹਿਬ ਕੋਲ ਦਾ ਪਲੰਗ ਉਲਟਿਆ ਨਹੀਂ ਸੀ। ਗੁਰੂ ਨਾਨਕ ਸਾਹਿਬ ਦੀ ਵੀ ਹੋਈ ਸੀ ਕਿ ਉਹਨਾਂ ਨੇ ਪਿੱਪਲ ਨੂੰ ਉਡਾਉਣ ਦੀ ਗੱਲ ਕੀਤੀ। ਮੈਂ ਹੁਣ ਇਹ ਪਿੱਪਲ ਵੀ ਦੇਖ ਕੇ ਆਇਆ 2 ਸਾਲ ਪਹਿਲਾਂ ਦੀ ਗੱਲ ਹੈ ਕਿ ਇਹ ਪਿੱਪਲ ਦੀਆਂ ਜੜ੍ਹਾਂ ਅਜੇ ਬਾਹਰ ਨੇ, ਥੋੜੀਆਂ ਵਿੱਚ ਜ਼ਮੀਨ ਤੋਂ ਉੱਤੇ ਹੈ, ਪਰ ਹੁਣ ਉਹਦੇ ਉੱਤੇ ਆਸ-ਪਾਸ ਮਿੱਟੀ ਪਾ ਕੇ ਉਹਦੇ ਪੱਕੀ ਜਗ੍ਹਾ ਬਣਾ ਦਿੱਤੀ, ਨਾਲ ਲਿਖ ਕੇ ਲਾਇਆ ਹੋਇਆ ਇਤਿਹਾਸ ਉਹਦਾ। ਉਹ ਗੁਰੂ ਜੋਗੀਆਂ ਨੇ ਦੇਖਿਆ ਵੀ ਇਹ ਪਿੱਪਲ ਵੀ ਉਡਾਉਣ ਲੱਗੇ ਨੇ, ਉੱਡਣ ਨਹੀਂ ਦਿੱਤਾ। ਹੁਣ ਸਾਡੇ ਕੋਲ ਸਮੇਰ ਪਰਬਤ ਤੇ ਆਇਆ, ਅਸੀਂ ਇਹਨੂੰ ਖੱਪਰ ਦਿੱਤਾ ਵੀ ਜਾਂ ਪਾਣੀ ਦਾ ਭਰ ਕੇ ਲਿਆ, ਚਸ਼ਮਾ ਚੱਲਦਾ ਹੈ। ਇਹ ਖੱਪਰ ਤੇ ਗਿਆ, ਦੇਖਿਆ ਕਿ ਉਸ ਤੋਂ ਖਾਲੀ ਵਾਪਸ ਖੱਪਰ ਲੈ ਕੇ ਆ ਗਿਆ। ਖੱਪਰ ਲੈ ਕੇ ਆ ਗਿਆ ਤੇ ਜੋਗੀਆਂ ਨੇ ਪੁੱਛਿਆ, ਹਾਂ ਵੀ ਬਾਲੇ, ਉਦੋਂ ਬਾਲਾ ਹੀ ਕਹਿੰਦੇ ਸਨ, ਪਿੱਛੇ ਤੇ ਕਹਿੰਦੇ ਬਾਲੇ ਪਾਣੀ ਲੈ। ਗੁਰੂ ਸਾਹਿਬ ਨੇ ਕਿਹਾ ਨਹੀਂ ਜੀ, ਪਾਣੀ ਨਹੀਂ ਲਿਆਂਦਾ। ਕਿਉਂ ਨਹੀਂ ਲਿਆਂਦਾ? ਕਹਿੰਦੇ ਉੱਥੇ ਪਾਣੀ ਹੈ ਹੀ ਨਹੀਂ ਸੀ, ਉੱਥੇ ਹੋਰ ਕੀ ਸੀ? ਗੁਰੂ ਸਾਹਿਬ ਜਵਾਬ ਦਿੱਤਾ, ਓਏ ਜੋਗੀਓ, ਲੈਣ ਤਾਂ ਮੈਂ ਪਾਣੀ ਗਿਆ ਸੀ, ਮੇਰਾ ਕੀ ਵਾਸਤਾ ਉੱਥੇ ਹੋਰ ਕੀ ਸੀ, ਉੱਥੇ ਹੋਰ ਕੀ ਪਿਆ ਸੀ? ਜੋਗੀਆਂ ਨੇ ਕਰਮਾਤਾ ਨਾਲ ਉਹ ਹੀਰੇ ਜਵਾਹਰਾਤ ਦੀਆਂ ਨਦੀਆਂ ਚਲਾਤੀਆਂ, ਜਿਹਨੂੰ ਦੇਖ ਕੇ ਹਰ ਬੰਦਾ ਮੋਹਿਆ ਜਾਂਦਾ। ਪਰ ਗੁਰੂ ਸਾਹਿਬ ਕਹਿੰਦੇ ਲੈਣ ਤਾਂ ਮੈਂ ਪਾਣੀ ਗਿਆ ਸੀ, ਉੱਥੇ ਕੀ ਸੀ, ਮੇਰਾ ਇਸ ਗੱਲ ਨਾਲ ਕੀ ਵਾਸਤਾ? ਜੋਗੀ ਜਿਹੜੇ ਸਿੱਧ ਠਿੱਠ ਹੋ ਗਏ, ਕੋਈ ਜਵਾਬ ਨਹੀਂ ਸੁਣਿਆ। ਦੇਖੋ ਉੱਥੇ ਭਾਈ ਗੁਰਦਾਸ ਜੀ ਲਿਖਦੇ ਆ ਕਿ ਸਿੱਧੀ ਮਨੇ ਵਿਚਾਰਿਆ, ਕਿਵੇਂ ਦਰਸ਼ਨ ਇਹ ਲੈਵੇ ਬਾਲਾ। ਕਹਿੰਦੇ ਕਿੱਦਾਂ ਹੋਵੇ ਇਹ ਐਸਾ ਜੋਗੀ ਕੱਲ ਮੈਂ ਹਮਾਰੇ ਪੰਥ ਕਰੇ ਉਜਿਆਲਾ। ਜੇ ਇਹੋ ਜਿਹਾ ਜੋਗੀ ਕਿਤੇ ਸਾਡੇ ਘਰ ਵਿੱਚ ਆ ਜਾਏ ਤਾਂ ਸਾਡੇ ਪੰਥ ਨੂੰ ਤਾਂ ਚਾਰ ਚੰਨ ਲੱਗ ਜਾਣਗੇ, ਸਾਡਾ ਪੰਥ ਤਾਂ ਬੜਾ ਵਧੀਆ ਹੋ ਜਾਏਗਾ, ਸਾਡਾ ਧਰਮ ਤਾਂ ਦੁਨੀਆ ਤੱਕ ਫੈਲ ਜਾਏਗਾ। ਇਹ ਗੱਲ ਤੇ ਉਹਨਾਂ ਦੇ ਦਿਮਾਗ ਵਿੱਚ ਸੀ। ਹੁਣ ਜਦੋਂ ਇੱਥੇ ਆ ਕੇ ਦਲੀਲਾਂ ਦੇ ਉੱਤਰ ਗੁਰੂ ਸਾਹਿਬ ਜੀ ਦਿੰਦੇ ਆ, ਗੁਰੂ ਸਾਹਿਬ ਜੀ ਜੋ ਦਲੀਲਾਂ ਦੇ ਉੱਤਰ ਦੇ ਰਹੇ ਆ, ਹੁਣ ਜੋਗ ਮੱਤ ਦੀਆਂ ਕੁਝ ਨਿਸ਼ਾਨੀਆਂ ਦੱਸਦੇ ਨੇ। ਜੋਗੀ ਜੋਗ ਮੱਤ ਦੀਆਂ ਨਿਸ਼ਾਨੀਆਂ ਦੱਸ ਕੇ ਇਹ ਜਾਣਕਾਰੀ ਦੇਣਾ ਚਾਹੁੰਦੇ ਆ ਕਿ ਜੋਗ ਮੱਤ ਜਿਹੜਾ ਹੈ ਇਹ ਸਭ ਤੋਂ ਉੱਤਮ ਮੱਤ ਹੈ। ਗੁਰੂ ਸਾਹਿਬ ਦਾ ਜਵਾਬ ਕਹੋਣਗੇ ਤਾਂ ਕਹਿਣਗੇ ਜੋਗ ਮੱਤ ਤਾਂ ਸਰੀਰ ਤੱਕ ਸੀਮਤ ਹੈ, ਗੁਰੂ ਨਾਨਕ ਦਾ ਮੱਤ ਦਾ ਅੰਦਰ ਦਾ ਹੈ, ਉਹ ਅੰਦਰ ਦੇ ਯੋਗ ਦੀ ਗੱਲ ਕਰਦਾ ਹੈ। ਅੱਗੋਂ ਗੱਲ ਗੁਰੂ ਸਾਹਿਬ ਜਿਹੜੀ ਅਗਲੀਆਂ ਪੰਕਤੀਆਂ ਤੇ ਲਗਾਤਾਰ 10-11 ਪੌੜੀਆਂ ਦੇ ਵਿੱਚ ਜਵਾਬ ਚੱਲਦਾ ਜਾਏਗਾ। ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਜੋਗੀ ਕਹਿਣ ਲੱਗੇ ਵੀ ਸਾਡਾ ਮੱਤ ਬੜਾ ਉੱਤਮ ਹੈ, ਸ੍ਰੇਸ਼ਟ ਦੀਆਂ ਨਿਸ਼ਾਨੀਆਂ ਦੱਸਦੇ ਵੀ ਸਾਡੇ ਮੱਤ 'ਚ ਇਹ ਕੁਝ ਹੁੰਦਾ। ਤਾਂ ਪਹਿਲੀ ਗੱਲ ਜਿਹੜੀ ਉਹਨਾਂ ਨੇ ਗੱਲ ਕੀਤੀ ਵੀ ਅਸੀਂ ਮੁੰਦਰਾਂ ਪਾਉਂਦੇ ਆ ਜੀ। ਮੁੰਦਰਾਂ ਕੀ ਹੈ? ਕੰਨ ਪਾੜ ਕੇ ਵਿੱਚ ਲੰਬੀਆਂ ਤਾਂ ਮੁੰਦਰਾਂ ਦੀਆਂ ਪਾਈਆਂ ਹੁੰਦੀਆਂ। ਜੋਗੀਆਂ ਨੂੰ ਦੇਖੋ ਗਿਰੂਏ ਰੰਗ ਦੇ ਕੱਪੜੇ ਪਾਏ ਹੁੰਦੇ ਆ, ਇੱਕ ਕੰਨਾਂ 'ਚ ਮੁੰਦਰਾਂ ਪਾਈਆਂ ਹੁੰਦੀਆਂ। ਫਿਰ ਦੂਜੀ ਗੱਲ ਕਹਿੰਦੇ ਇਹਦੀ ਨਿਸ਼ਾਨੀ ਦੂਜੀ ਕੀ ਹੈ? ਝੋਲੀ। ਇਹ ਝੋਲੀ ਕੀ ਹੈ? ਝੋਲੀ ਆਪਣੇ ਪੰਜਾਬ ਦੇ ਵਿੱਚ ਅਜੇ ਵੀ ਪਿੰਡਾਂ ਵਿੱਚ ਇੱਕ ਲਫ਼ਜ਼ ਚੱਲਦਾ ਝੋਲਾ। ਝੋਲਾ ਥੈਲੇ ਨੂੰ ਕਹਿੰਦੇ ਨੇ, ਥੈਲਾ, ਬੈਗ। ਇਸ ਕਰਕੇ ਅਸੀਂ ਇੰਗਲਿਸ਼ ਨੂੰ ਬੈਗ ਕਹਿ ਦਿੰਦੇ ਆ, ਤੇ ਪੰਜਾਬੀ 'ਚ ਇੱਕ ਲਫ਼ਜ਼ ਚੱਲਦਾ ਝੋਲਾ ਲੈ ਕੇ ਆਈ। ਦੁਆਬੇ 'ਚ ਤਾਂ ਆਮ ਹੀ ਵਰਤਿਆ ਜਾਂਦਾ ਲਫ਼ਜ਼ ਝੋਲਾ। ਝੋਲਾ ਮਤਲਬ ਚੋਲਾ ਨਹੀਂ, ਝੋਲਾ ਲੈ ਕੇ ਆਈ, ਇਹਦੇ 'ਚ ਕੁਝ ਚੀਜ਼ਾਂ ਵਸਤੂ ਪਾਉਣੀਆਂ ਨੇ। ਉਹ ਜੋਗੀ ਇੱਕ ਝੋਲੀ ਜੀ ਰੱਖਦੇ ਆ,
ਜਦੋਂ ਇਹ ਚੀਜ਼ ਕੋਈ ਮੰਗਣੀ ਹੈ ਜਾਂ ਇਹ ਕਹਿ ਲਓ ਕਿ ਉਹਦੇ ਚੋਂ ਚੀਜ਼ਾਂ ਪਾਈ ਜਾਣਗੇ ਜਮ੍ਹਾਂ ਕਰਨ ਲਈ, ਕੋਈ ਚੀਜ਼ ਪਾਉਣ ਦੇ ਲਈ, ਤੇ ਜਿਹਦੇ ਚ ਭਿੱਖਿਆ ਪਾਉਂਦੇ, ਕਹਿ ਲਓ ਵੀ ਜਿਹੜੀ ਭਿੱਖਿਆ ਇਹਨਾਂ ਨੂੰ ਮਿਲਦੀ ਹੈ ਜੋਗੀ ਉਹਦੇ ਚ ਪਾਉਂਦੇ ਆ। ਮੈਨੂੰ ਅਜੇ ਯਾਦ ਹੈ, ਛੋਟੇ ਹੁੰਦੇ ਅਸੀਂ ਜਦੋਂ ਪਿੰਡ 'ਚ ਰਹਿੰਦੇ ਸੀ ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਭਾਈ ਸਾਹਿਬ ਜੀ ਜਿਹੜੇ, ਉਹ ਸ਼ਾਮ ਨੂੰ ਰੋਜ਼ ਘਰਾਂ ਤੋਂ ਰੋਟੀ ਇਕੱਠੀ ਕਰਨ ਆਉਂਦੇ ਸੀ ਤੇ ਉਹਨੂੰ ਡਾਲੀ ਕਹਿੰਦੇ ਨੇ, ਆਮ ਬੋਲੀ ਦੇ ਵਿੱਚ ਕਿਹਾ ਜਾਂਦਾ ਹੈ ਵੀ ਡਾਲੀ ਲੈ ਕਰਨ ਜਾਣਾ। ਤੇ ਉਹ ਜਦੋਂ ਆਉਂਦੇ ਸੀ ਉਹਨਾਂ ਨੇ ਆ ਕੇ ਸਤਨਾਮ ਵਾਹਿਗੁਰੂ ਕਰਨਾ, ਤੇ ਜਿਨ੍ਹਾਂ ਨੇ ਆਟਾ ਦੇਣਾ ਜਾਂ ਪ੍ਰਸ਼ਾਦਾ ਦੇਣਾ ਉਹਨਾਂ ਨੇ ਇੱਕ ਆਟਾ ਦੇਣਾ ਦੇ ਝੋਲੇ 'ਚ ਪਾਈ ਜਾਣਾ, ਜਿਹੜੇ ਤੇ ਇੱਕ ਪ੍ਰਸ਼ਾਦਾ ਦੇਣਾ ਤਾਂ ਉਹਨਾਂ ਨੇ ਵੱਖਰਾ ਇੱਕ ਰੱਖਿਆ ਉਹਦੇ 'ਚ ਪਾਈ ਜਾਣਾ, ਸਬਜ਼ੀ ਇੱਕ ਵੱਖਰੀ ਪਾਈ ਜਾਣੀ। ਜੇ ਉਹ ਵੀ ਹੁੰਦਾ ਸੀ ਇਹ ਚੱਲਦਾ ਸੀ। ਇਸੇ ਤਰ੍ਹਾਂ ਜਦੋਂ ਜੋਗੀ ਆਪਣੇ ਖਾਣ ਪੀਣ ਦਾ ਆਹਾਰ ਕਰਦੇ ਸਨ ਤੇ ਮੰਗਣ ਆਉਂਦੇ ਸਨ ਤੇ ਝੋਲੀ ਰੱਖਦੇ ਸਨ ਆਪਣੇ ਕੋਲ, ਜਿਹਨੂੰ ਗੁਰੂ ਪਾਤਸ਼ਾਹ ਜੀ ਨੇ ਜਪਜੀ ਦੀ ਬਾਣੀ ਵਿੱਚ ਵੇਖੋ ਜਦੋਂ ਜਵਾਬ ਆਏਗਾ ਉਹਦੀਆਂ ਗੱਲਾਂ ਕਰਨਗੇ ਤੇ ਗੁਰੂ ਸਾਹਿਬ ਜੀ ਕਹਿਣ ਲੱਗੇ, ਜੋਗੀ ਕਹਿਣ ਲੱਗੇ ਵੀ ਸਾਡੇ ਕੋਲ ਇੱਕ ਝੋਲੀ ਆ, ਬਸ ਇੱਕ ਅਸੀਂ ਮੁੰਦਰਾ ਪਾਉਂਦੇ ਆ, ਤੇ ਝੋਲੀ ਕਿਉਂ ਰੱਖਦੇ ਆ, ਵਿੱਚ ਭਿੱਖਿਆ ਪਾਉਂਦੇ ਆ। ਤੇ ਫਿਰ ਕਹਿੰਦੇ ਆਪਣੀਆਂ ਲੋੜਾਂ ਅਨੁਸਾਰ ਇਹ ਖਿਆਲ ਕਰਿਓ, ਕਹਿੰਦੇ ਆਪਣੀ ਲੋੜਾਂ ਅਨੁਸਾਰ ਉਹਨੂੰ ਕੁਝ ਬਚਾ ਵੀ ਲੈਂਦੇ ਆ। ਗੁਰੂ ਸਾਹਿਬ ਜੀ ਨੇ ਤੀਜੀ ਗੱਲ ਜਿਹੜੀ ਜੋਗੀਆਂ ਨੇ ਕਹੀ, ਸਾਡੇ ਕੋਲ ਖਿੰਥਾ। ਤਾਂ ਖਿੰਥਾ ਦਾ ਅਰਥ ਹੈ ਇਹਦਾ ਲੋਈ ਕੰਬਲੀ ਜਿਹਨੂੰ ਕਹਿ ਲਓ, ਪਾਟੀਆਂ ਹੋਈਆਂ ਲੀਰਾਂ ਜੋੜ ਕੇ, ਪਾਟੀਆਂ ਹੋਈਆਂ ਲੀਰਾਂ ਜੋੜ ਕੇ ਏਦਾਂ ਉਹਨੂੰ ਜੋੜ ਕੇ ਤੇ ਉਹਦੀ ਇੱਕ ਲੋਈ ਜੀ ਲੈਂਦੇ ਆ, ਜੋਗੀ ਕੰਬਲੀ ਜੀ ਬਣਾਉਂਦੇ ਆ। ਇਹ ਦੇਖਣ ਵੀ ਸਾਨੂੰ ਸਰਦੀ ਗਰਮੀ ਤੋਂ ਕਿੱਦਾਂ ਬਚਾ ਸਕਦੀ ਹੈ, ਕਿਵੇਂ ਕਰ ਸਕਦੀ ਹੈ। ਵੀ ਇਹ ਸਰਦੀ ਗਰਮੀ ਤੋਂ ਬਚਣ ਲਈ ਉਹਨਾਂ ਨੇ ਇਹਦਾ ਮਤਲਬ ਹੈ ਸਰੀਰ ਦਾ ਮੋਹ ਨਹੀਂ ਟੁੱਟਿਆ। ਜੋਗੀਆਂ ਦਾ ਅੰਦਰੋਂ ਸਰੀਰ ਦਾ ਸਰਦੀ ਉਹਨਾਂ ਨੂੰ ਵੀ ਲੱਗਦੀ ਹੈ, ਗਰਮੀ ਉਹਨਾਂ ਨੂੰ ਵੀ ਲੱਗਦੀ ਹੈ, ਤੇ ਸਰੀਰ ਦਾ ਮੋਹ ਨਹੀਂ ਤੋੜ ਸਕੇ। ਜੇ ਸਰੀਰ ਦਾ ਮੋਹ ਟੁੱਟ ਜਾਂਦਾ ਤੇ ਗਰਮੀ ਸਰਦੀ ਤੋਂ ਉੱਪਰ ਹੋ ਜਾਂਦੀ। ਫਿਰ ਕਹਿੰਦੇ ਗੁਰੂ ਸਾਹਿਬ ਜੋਗੀ ਅੱਗੋਂ ਕਹਿਣ ਲੱਗੇ ਜੀ, 12 ਅੰਤਰ ਏਕ ਸਰੇਵੋ ਹਰ ਦਰਸ਼ਨ ਇੱਕ ਪੰਥਾ। ਜੋਗੀਆਂ ਦੇ ਕੁੱਲ 12 ਫਿਰਕੇ ਹਨ। ਇਹਨਾਂ ਵਿੱਚੋਂ ਆਈ ਫਿਰਕਾ ਸਭ ਤੋਂ ਵੱਡਾ ਮੰਨਿਆ ਜਾਂਦਾ। 12 ਫਿਰਕੇ ਕਿਹੜੇ ਆ? ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਉਹਨਾਂ ਦੇ ਨਾਮ ਦਿੱਤੇ, ਭਾਈ ਕਾਹਨ ਸਿੰਘ ਨਾਭਾ ਜੀ ਨੇ ਮਹਾਨ ਪੁਰਸ਼ ਉਹਨਾਂ ਦੇ ਨਾਮ ਦਿੱਤੇ। ਇਹ ਰਾਵਲ, ਹੇਤੂ ਪੰਥ, ਪਾਪ ਪੰਥ, ਆਈ ਪੰਥ, ਗਮਿਆ ਪੰਥ, ਪਾਗਲ ਪੰਥ, ਗੋਪਾਲ ਪੰਥ, ਕੰਥੜੀ ਪੰਥ, ਬਾਨ ਪੰਥ, ਧਵਾਜ ਪੰਥ, ਚੋਲੀ ਪੰਥ, ਚੋਲੀ ਪੰਥ, ਦਾਸ ਪੰਥ। ਇੱਕ ਹੈਗਾ ਇੱਕ ਆਈ ਪੰਥ, ਜਿਹਨੂੰ ਇੱਕ ਪੰਥ ਨੂੰ ਆਈ ਪੰਥ ਕਹਿੰਦੇ ਆ। ਸਾਡਾ ਕਹਿੰਦਾ ਆਈ ਪੰਥ ਹੈ। 12 ਪੰਥਾਂ ਦੇ ਵਿੱਚੋਂ ਕਹਿੰਦੇ ਇੱਕ ਪੰਥ ਆਈ ਪੰਥ ਹੈ। ਗੁਰੂ ਸਾਹਿਬ ਜੀ ਨੂੰ ਜੋਗੀ ਇਹ ਗੱਲ ਕਹਿੰਦੇ, ਤੁਸੀਂ ਸਾਡੇ ਆਈ ਪੰਥ ਵਿੱਚ ਸ਼ਾਮਲ ਹੋ ਜਾਓ। ਇਹ ਸਭ ਤੋਂ ਵੱਡਾ ਫਿਰਕਾ ਹੈ ਜੋਗੀਆਂ ਦਾ, ਕਿ ਤੁਹਾਨੂੰ ਤਾਂ ਬਿਨਾਂ ਕਿਸੇ ਸ਼ਰਤ ਤੋਂ ਇਸ ਦਾਖਲ ਕਰ ਲੈਣਾ। ਹਾਲਾਂਕਿ ਜੋਗੀ ਬੜੀ ਕਰੜੀ ਤਪੱਸਿਆ ਕਰਾਉਂਦੇ ਜਿਹਨੇ ਜੋਗ ਮਤ ਵਿੱਚ ਸ਼ਾਮਲ ਹੋਣਾ ਹੁੰਦਾ ਹੈ। ਕਈ ਸਾਲ ਉਹਨੂੰ ਮੰਗਣ ਤੇ ਲਾਉਂਦੇ ਨੇ, ਕਈ ਸਾਲ ਉਹਨੂੰ ਸੇਵਾ ਤੇ ਲਾਉਂਦੇ ਨੇ। ਜੋਗ ਮਤ ਦਾ ਇੱਕ ਸਿਧਾਂਤ ਹੈ। ਲੇਕਿਨ ਗੁਰੂ ਸਾਹਿਬ ਨੂੰ ਕਹਿੰਦੇ ਸਭ ਤੋਂ ਵੱਡਾ ਪੰਥ ਸਾਡਾ ਆਈ ਪੰਥ ਹੈ, ਤੁਸੀਂ ਉਹਦੇ ਚ ਸ਼ਾਮਲ ਹੋ ਜਾਓ। ਇਨ ਬਿਦ ਮਨ ਸਮਝਾਈਏ ਪੁਰਖਾ, ਬਹੁੜ ਝੋਟ ਨਾ ਖਾਈਏ। ਕਹਿੰਦੇ ਨੇ ਦੇਖੋ ਬਈ, ਜੇ ਤੁਸੀਂ ਸਾਡੇ ਆਈ ਪੰਥ ਵਿੱਚ ਸ਼ਾਮਲ ਹੋ ਜਾਓਗੇ, ਸਾਡੇ ਇਹ ਵੱਡਾ ਮਤ ਸਵੀਕਾਰ ਕਰ ਲੋਗੇ, ਮੁੰਦਰਾ ਪਾ ਲੋਗੇ, ਝੋਲੀ ਪਾ ਲੋਗੇ, ਤੇ ਫਿਰ ਤੁਸੀਂ ਗੁਦੜੀ ਪਹਿਨ ਲੋਗੇ, ਤਾਂ ਮਨ ਨੂੰ ਅਕਲ ਜਿਹੜੀ ਆ ਜਾਂਦੀ ਹੈ ਤੇ ਮਾਇਆ ਦੀਆਂ ਚੋਟਾਂ ਵੀ ਨਹੀਂ ਪੈਂਦੀਆਂ। ਇਸ ਢੰਗ ਦੇ ਨਾਲ ਬਸ ਪਾਉਣ ਦੇ ਨਾਲ ਕਰਨ ਹੋਣਾ ਕੀ ਹੈ, ਇਹਨੇ ਵਿੱਚ ਮਨ ਸਮਝਾਈਏ ਪੁਰਖਾ। ਇਸ ਢੰਗ ਨਾਲ ਮਨ ਜਿਹੜਾ ਕਾਬੂ ਚ ਆ ਜਾਂਦਾ ਤੇ ਬੋੜ ਚੋਟ ਨਾ ਖਾਈਏ। ਤੇ ਵਿਕਾਰਾਂ ਦੀਆਂ ਚੋਟਾਂ ਜਿਹੜੀਆਂ ਉਹ ਵੀ ਨਹੀਂ ਫਿਰ ਪੈਂਦੀਆਂ। ਉਹ ਵਿਕਾਰਾਂ ਦੀਆਂ ਚੋਟਾਂ ਜਿਹੜੀਆਂ ਨੇ ਉਹ ਵੀ ਜਿਹੜੀਆਂ ਨਹੀਂ ਪੈਂਦੀਆਂ। ਫਿਰ ਜੋਗੀ ਅੱਗੇ ਕਹਿਣ ਲੱਗਾ, ਦੇਖੋ ਨਾਨਕ ਬੋਲੇ ਗੁਰਮੁਖ ਬੂਝੈ, ਜੋਗ ਜੁਗਤ ਪਾਈਏ। ਇਹਦਾ ਉੱਤਰ ਕੇਵਲ ਗੁਰੂ ਪਾਤਸ਼ਾਹ ਜੀ ਨੇ ਇੰਨਾ ਕੁ ਦਿੱਤਾ। ਜੋਗੀ ਏਦਾਂ ਨਹੀਂ, ਤੇਰਾ ਭੁਲੇਖਾ ਹੀ ਆ, ਤੇਰਾ ਸਾਰਾ ਕੁਝ ਜੋ ਕੁਝ ਤੂੰ ਕਰ ਰਿਹਾ ਨਾ, ਇਹ ਤੇਰਾ ਭੁਲੇਖਾ। ਦੇਖੋ ਪਹਿਲੀ ਗੱਲ, ਜੋਗੀ ਜਿਹੜੇ ਨੇ ਇਹ ਕਿਵੇਂ ਝੋਲੀ ਤੇ ਜਾਂ ਖਿੰਥਾ ਕੋਈ ਦਿਖਾਵੇ ਦੇ ਤੌਰ ਤੇ ਨਹੀਂ ਪਾਉਂਦੇ। ਇਹਨਾਂ ਦੀਆਂ ਲੋੜਾਂ ਹਨ। ਝੋਲੀ ਜਿਹੜੀ ਹੈ ਇਹ ਭੁੱਖ ਦੀ ਨਿਸ਼ਾਨੀ ਹੈ, ਭੁੱਖ ਤੇ ਤ੍ਰਿਸ਼ਨਾ ਦੀ ਪ੍ਰਤੀਕ ਹੈ। ਦੇਖੋ ਤੇ ਇਹ ਜਿਹੜਾ ਉਹਨਾਂ ਨੂੰ ਭਿੱਖਿਆ ਮੰਗਣੀ ਹੈ, ਭੁੱਖ ਦੀ ਪ੍ਰਤੀਕ ਹੈ ਜਿਹੜੀ ਝੋਲੀ ਆਪਣੇ ਕੋਲ ਰੱਖਦੇ ਆ।
ਭੁੱਖ ਨਹੀਂ ਮਾਰ ਸਕੇ। ਜਿਹੜੀ ਝੋਲੀ ਹੈ ਭੁੱਖ ਦੀ ਪ੍ਰਤੀਕ ਮੰਨੀ ਜਾਂਦੀ ਹੈ। ਇਹਦਾ ਮਤਲਬ ਇਹ ਹੈ ਵੀ ਉਹਨਾਂ ਨੂੰ ਰੱਬ ਤੇ ਭਰੋਸਾ ਵੀ ਨਹੀਂ ਹੈ ਜੋਗੀਆਂ ਨੂੰ, ਕਿਉਂਕਿ ਕੁਝ ਉਹ ਬਚਾ ਕੇ ਰੱਖ ਲੈਂਦੇ ਆ ਅੰਨ ਪਾਣੀ, ਕੁਝ ਆਪਣਾ ਇੱਕ ਆਹਾਰ ਇੱਕ ਵੇਲੇ ਦਾ ਵਾਲਾ, ਇਹ ਨਹੀਂ ਭਰੋਸਾ ਨਹੀਂ ਵੀ ਸ਼ਾਮ ਨੂੰ ਸਾਨੂੰ ਮਿਲਣਾ ਕਿ ਨਹੀਂ ਮਿਲਣਾ, ਉਹਦੇ ਚੋਂ ਬਚਾ ਕੇ ਵੀ ਰੱਖ ਲੈਂਦੇ ਨੇ। ਜੋਗੀਆਂ ਦਾ ਮਤ ਇਹ ਹੈ, ਜੋਗੀਆਂ ਦਾ ਮਤ ਇਹ ਗੱਲ ਕਹਿੰਦਾ ਹੈ ਵੀ ਸ਼ਾਮ ਨੂੰ ਮਿਲੇਗਾ ਕਿ ਨਹੀਂ, ਰਾਤ ਨੂੰ ਮਿਲੇਗਾ ਕਿ ਨਹੀਂ ਮਿਲੇਗਾ, ਇਹਦੇ ਚੋਂ ਰੱਖ ਲੈਂਦੇ। ਤੇ ਜਿਹੜੀ ਖਿੰਥਾ ਹੈ ਇਹ ਅਸਲ 'ਚ ਦੁੱਖ ਦੀ ਪ੍ਰਤੀਕ ਹੈ। ਜਿਹੜੀ ਖਿੰਥਾ ਦੁੱਖ ਦੀ ਪ੍ਰਤੀਕ ਹੈ ਕਿ ਬਦਲਦੇ ਮੌਸਮ ਲਈ ਦੁੱਖ ਨਹੀਂ ਸਹਿ ਸਕਦਾ ਜੋਗੀ, ਤੇ ਭੁੱਖ ਨਹੀਂ ਸਹਿ ਸਕਦਾ, ਭੁੱਖ ਨਹੀਂ ਸਹਿ ਸਕਦਾ ਤੇ ਝੋਲੀ ਰੱਖਦਾ, ਦੁੱਖ ਨਹੀਂ ਸਹਿ ਸਕਦਾ ਤੇ ਜੋਗੀ ਜਿਹੜਾ ਹੈ ਉਹ ਫਿਰ ਕੰਬਲੀ ਜਿਹੜੀ ਰੱਖਦਾ, ਉਹਨੂੰ ਖਿੰਥਾ ਅਸੀਂ ਕਹਿ ਦਿੰਦੇ ਹਾਂ, ਉਹ ਰੱਖਦਾ ਹੈ। ਤੇ ਗੁਰੂ ਸਾਹਿਬ ਜੀ ਨੇ ਇਹ ਸਾਰੀਆਂ ਗੱਲਾਂ ਸੁਣੀਆਂ। ਤੇ ਹੁਣ ਇੱਕ ਗੱਲ ਜਿਹੜੀ ਗੁਰੂ ਪਾਤਸ਼ਾਹ ਨੇ ਉਹਦਾ ਜਵਾਬ ਦੇ ਕੇ, ਇਹ ਔਂਕੜ ਨੰਨੇ ਕੱਕੇ ਨੂੰ ਔਂਕੜ ਹੈ ਤੇ ਇੱਕ ਨਾਨਕ ਮੁਕਤਾ ਹੈ। ਦੋ ਲਫ਼ਜ਼ ਹੋਏ ਨੇ, ਪਿੱਛੇ ਵੀ ਇੱਕ ਪੌੜੀ ਦੇ ਵਿੱਚ ਆਏ ਸੀ ਜਿਹੜਾ ਜੈਸੇ ਜਲ ਮੈਂ ਕਮਲ ਨਰਾਲਮ, ਉਹਦੇ ਚ ਵੀ ਨਾਨਕ ਇੱਕ ਮੁਕਤਾ ਆਇਆ ਸੀ, ਇੱਕ ਔਂਕੜ ਆਇਆ। ਮੈਂ ਬੇਨਤੀ ਫਿਰ ਕਰਦੇ ਆ ਵੀ ਵਿਆਕਰਣ ਬਾਰੇ ਸਵਾਲ ਮੈਨੂੰ ਬਹੁਤੇ ਜਵਾਬ ਦੇਣੇ ਨਹੀਂ ਆਉਂਦੇ, ਬਸ ਇੰਨਾ ਪਤਾ ਵੀ ਜਿੱਥੇ ਕੱਕੇ ਨੂੰ ਔਂਕੜ ਨਾਲ ਆ ਗਿਆ ਉੱਥੇ ਨਾਨਕ ਆਪਣੇ ਲਈ ਵਰਤਿਆ ਜਾਂਦਾ। ਜਿਵੇਂ ਨਾਨਕ ਨੀਚ, ਉੱਥੇ ਔਂਕੜ ਨਾਲ ਨਾਨਕ ਆਏਗਾ। ਆਪਣੇ ਆਪ ਨੂੰ ਗੁਰੂ ਸਾਹਿਬ ਕਹਿ ਰਹੇ, ਤੇ ਜਿੱਥੇ ਨਾਨਕ ਮੁਕਤਾ ਆ ਜਾਂਦਾ ਉੱਥੇ ਇਹ ਨਾਨਕ ਇਹ ਕਹਿੰਦਾ ਹੈ ਜਾਂ ਇਸ ਤਰ੍ਹਾਂ ਹੈ। ਮਤਲਬ ਇਹ ਜਿਹੜੇ ਅਰਥ ਇੱਕ ਕੱਕੇ ਨੂੰ ਸਿਹਾਰੀ ਨਾਲ ਵੀ ਨਾਨਕ ਆਉਂਦਾ, ਤਿੰਨ ਰੂਪਾਂ ਦੇ ਵਿੱਚ ਆਉਂਦਾ, ਤੇ ਪਰ ਇੱਥੇ ਨਾਨਕਾ ਵੀ ਆਉਂਦਾ, ਹੋਰ ਵੀ ਇਸ ਤਰ੍ਹਾਂ ਲਫ਼ਜ਼ ਆਉਂਦੇ ਨੇ, ਪਰ ਮੇਨ ਰੂਪ ਜਿਹੜੇ ਹੁੰਦੇ ਨੇ। ਪਰ ਇਹ ਗੱਲ ਸਿਰਫ ਇੰਨੀ ਸਮਝਣ ਦੀ ਲੋੜ ਹੈ ਕਿ ਜਿੱਥੇ ਨਾਨਕ ਦੇ ਕੱਕੇ ਨੂੰ ਔਂਕੜ ਆ ਗਿਆ, ਉਹ ਨਾਨਕ ਨੇ ਆਪਣੇ ਲਈ ਲਫ਼ਜ਼ ਵਰਤਿਆ, ਤੇ ਜਿੱਥੇ ਨਾਨਕ ਮੁਕਤਾ ਹੈ ਉੱਥੇ ਇਹ ਨਾਨਕ ਹੈ। ਇਸ ਨਾਨਕ ਜੀ ਸਮਝਾ ਰਹੇ ਨੇ, ਨਾਨਕ ਜੀ ਕਹਿ ਰਹੇ ਨੇ, ਉੱਥੇ ਇਹ ਜਿਹੜੇ ਉਹਦੇ ਅਰਥ ਭਾਵ ਇਸ ਤਰ੍ਹਾਂ ਨੇ। ਹੁਣ ਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਦੇਖ, ਨਾਨਕ ਬੋਲੇ ਗੁਰਮੁਖ ਬੂਝੈ, ਜੋਗ ਜੁਗਤ ਇਵ ਪਾਈਐ। ਤੇ ਪੁਰਖਾ ਅਸਲ 'ਚ ਗੱਲ ਇਹ ਨਹੀਂ, ਗੁਰੂ ਦੇ ਸਨਮੁਖ ਹੋਣ ਨਾਲ ਮਨ ਨੂੰ ਸਮਝਾਉਣ ਦਾ ਤਰੀਕਾ ਇਹੋ ਹੀ ਹੈ, ਤੇ ਜੋਗ ਦੀ ਜੁਗਤੀ ਵੀ ਜਿਹੜੀ ਹੈ ਇਸੇ ਢੰਗ ਨਾਲ ਹੀ ਲੱਭਦੀ ਹੈ। ਇਹ ਗੱਲ ਗੁਰੂ ਸਾਹਿਬ ਜੀ ਨੇ, ਸੱਚੇ ਪਾਤਸ਼ਾਹ ਜੀ ਨੇ ਸਾਨੂੰ ਉਹਨੂੰ ਜੋਗੀਆਂ ਨੂੰ ਸਮਝਾਈ, ਲੋਹਾਰਤਾਂ ਨੂੰ ਗੱਲ ਕਹਿ ਰਹੇ ਨੇ ਗੁਰੂ ਸਾਹਿਬ ਜੀ ਨੂੰ ਸਮਝਾ ਕੇ। ਤੇ ਅਸਲ ਵਿੱਚ ਜਿਹੜੀ ਕਹਾਣੀ ਬਾਣੀ ਇਹ ਹੈ, ਦੂਜੇ ਲਫ਼ਜ਼ਾਂ 'ਚ ਇਹ ਕਹਿ ਲਈਏ ਵੀ ਗੁਰੂ ਸਾਹਿਬ ਕਹਿੰਦੇ ਦੇ ਇਸ ਢੰਗ ਦੇ ਨਾਲ ਆਪਣੇ ਮਨ ਨੂੰ ਸਮਝਾ ਲਈਏ ਤਾਂ ਫਿਰ ਜੋਗੀ ਦੇਖ, ਤੈਨੂੰ ਮਾਇਆ ਦੀਆਂ ਸੱਟਾਂ ਵੀ ਦੁਬਾਰਾ ਨਹੀਂ ਖਾਣੀਆਂ ਪੈਣੀਆਂ, ਨਾ ਹੀ ਮਾਇਆ ਦੀਆਂ ਸੱਟਾਂ ਤੈਨੂੰ ਲੱਗਣੀਆਂ। ਮਾਇਆ ਦੀ ਸੱਟ ਉਨੀ ਦੇਰ ਲੱਗਦੀ ਹੈ ਜਿੰਨੀ ਦੇਰ ਤੱਕ ਤੂੰ ਅਸਲ ਵਿੱਚ ਉਹਦੇ ਨਾਲ ਖੁੰਝਿਆ ਹੋਇਆ। ਤੋ ਨਾਨਕ ਬੋਲੇ, ਨਾਨਕ ਇਹ ਗੱਲ ਕਹਿੰਦਾ ਹੈ, ਗੁਰਮੁਖ ਬੂਝੈ ਜੋਗ ਜੁਗਤ ਇਹ ਪਾਈਏ। ਗੁਰੂ ਦੇ ਦਰ ਤੇ ਹੋ ਕੇ, ਗੁਰੂ ਦੁਆਰਾ, ਗੁਰੂ ਦੀ ਮੱਤ ਲੈ ਕੇ, ਗੁਰੂ ਦੀ ਸ਼ਰਨ ਪੈ ਕੇ, ਗੁਰਮੁਖ ਦੇ ਕੱਕੇ ਨੂੰ ਸਿਹਾਰੀ, ਤੇ ਗੁਰੂ ਰਾਹੀਂ ਕੀ ਕਰੀਏ, ਬੂਝੇ ਜੇ ਸਮਝ ਲਈਏ ਇਹ ਗੱਲ ਤਾਂ ਜੋਗ ਜੁਗਤ ਇਹ ਪਾਈਏ। ਫਿਰ ਜੋਗ ਜੁਗਤ ਜਿਹੜੀ ਹੈ, ਜੋਗ ਦੀ ਜੁਗਤੀ ਇਸ ਤਰ੍ਹਾਂ ਪਾ ਲਈਦੀ ਹੈ। ਇਹ 8ਵੀਂ ਤੇ 9ਵੀਂ ਪੌੜੀ ਦੀ ਵਿਆਖਿਆ ਹੈ, ਜੋ ਵਿਚਾਰ ਗੁਰੂ ਸਾਹਿਬ ਜੀ ਨੇ ਸਾਨੂੰ ਇਹਨਾਂ ਦੋ ਪੌੜੀਆਂ ਵਿੱਚ ਦਿੱਤੇ, ਉਹਦੀ ਵਿਚਾਰ ਆਪਾਂ ਅੱਜ ਕੀਤੀ ਹੈ। ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ। ਸੱਚੇ ਪਾਤਸ਼ਾਹ ਦੀ ਆਪ ਗੁਰੂ ਦੀ ਸੰਗਤ ਜਿਹੜੀ ਹੈ ਉਹਨੂੰ ਬਖਸ਼ਣਯੋਗ ਹੈ, ਬਖਸ਼ ਲੈਂਦੀ ਹੈ। ਤੇ ਮੈਂ ਤਾਂ ਸਿਰਫ ਇੰਨੀ ਬੇਨਤੀ ਕਰ ਸਕਦਾ ਵੀ ਸੰਪੂਰਨਤਾ ਤਾਂ ਕਿਸੇ ਵਿਅਕਤੀ ਕੋਲ ਨਹੀਂ ਹੁੰਦੀ। ਅਧੂਰੇ ਹਾਂ ਅਸੀਂ, ਅਧੂਰੇ ਹਾਂ ਤੇ ਅਧੂਰੀ ਗੱਲ ਹੀ ਅਸੀਂ ਕਰ ਸਕਦੇ ਹਾਂ। ਤੇ ਗੁਰੂ ਦੀ ਗੱਲ ਕਰਨੀ ਆਮ ਵਿਅਕਤੀ ਦੇ ਵੱਸ ਦੀ ਗੱਲ ਨਹੀਂ ਹੈ। ਗੁਰੂ ਦੇ ਭੇਦ ਨੂੰ ਜਾਣਨਾ ਵੀ ਆਮ ਵਿਅਕਤੀ ਦੀ ਗੱਲ ਨਹੀਂ ਹੈ। ਜਿੰਨੀ ਕੁ ਸਮਝ ਗੁਰੂ ਨੂੰ ਪਾਤਸ਼ਾਹ ਬਖਸ਼ਦੇ ਆ ਉਸ ਮੁਤਾਬਕ ਆਪਾਂ ਵਿਚਾਰ ਕਰ ਲੈਂਦੇ ਹਾਂ। ਇਸੇ ਪੌੜੀ ਦੀ ਆਖਰੀ ਪੰਕਤੀ ਨੂੰ ਲੈ ਕੇ ਤੇ ਕੱਲ ਅੱਗੋਂ ਗੁਰੂ ਸਾਹਿਬ ਦੇ ਜਵਾਬ ਲਗਾਤਾਰ ਚੱਲਦੇ ਰਹਿਣਗੇ। ਤੇ ਦੋ ਪੌੜੀਆਂ ਦੇ ਵਿੱਚ ਉਹਨਾਂ ਦੇ ਵਿਚਾਰ ਆਪਾਂ ਜਿਵੇਂ ਜਿਵੇਂ ਸਤਿਗੁਰੂ ਬਖਸ਼ਿਸ਼ ਕਰਨਗੇ ਅੱਗੇ ਕਰਦੇ ਜਾਵਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਤੇ ਮੈਂ ਇੱਕ ਬੇਨਤੀ ਸਿਰਫ ਕਰਨੀ ਹੈ ਵੀ ਪਹਿਲੀਆਂ 4 ਪੌੜੀਆਂ ਦੀ ਜੋ ਲਿੰਕ ਹੈ ਉਹ ਇਸ 77 ਤੋਂ ਇਹ ਸਿੱਖ ਮਿਸ਼ਨਰੀ ਕਾਲਜ ਦੇ ਨਾਲ ਧਰਮ ਪ੍ਰਚਾਰ ਦੀ ਸੇਵਾ ਕਰਦੇ ਆ, ਔਰ ਬਹੁਤ ਜ਼ਿਆਦਾ ਸੇਵਾ ਇਹਨਾਂ ਦੀ ਘਾਲਣਾ ਹੈ ਜਿਹੜੀ ਇਹਨਾਂ ਨੇ ਸੇਵਾ ਕੀਤੀ ਹੈ। ਉਹ ਕੱਲ ਦੀ ਕਲਾਸ ਵਿੱਚ ਇਹਨਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਜੀਵਨੀ ਤੇ ਸ਼ਹਾਦਤ ਜੋ ਵੀ ਇਹਨਾਂ ਦਾ ਸਬਜੈਕਟ ਹੈ ਉਹਦੇ ਤੇ ਇਤਿਹਾਸ ਦੇ ਬਾਰੇ ਇਹ ਵਿਚਾਰ ਕਰਨਗੇ। ਕੱਲ ਸਾਰਾ ਸਮਾਂ ਲਗਭਗ ਇਹਨਾਂ ਦਾ ਹੋਵੇਗਾ, ਕਿਉਂਕਿ ਇਹਨਾਂ ਨੂੰ ਘੱਟ ਸਮੇਂ 'ਚ ਸਵਾਦ ਵੀ ਨਹੀਂ ਆਉਂਦਾ ਸੁਣਨ ਦਾ, ਇਹਨਾਂ ਨੂੰ ਕਰਨ ਦਾ ਵੀ ਸਵਾਦ ਨਹੀਂ ਆਉਂਦਾ। ਇਸ ਵਾਸਤੇ ਕੱਲ ਸਮਾਂ ਜਿਹੜਾ ਹੈ ਇਹਨਾਂ ਦਾ ਹੋਏਗਾ। ਅਸੀਂ ਫਿਰ ਸ਼ੁਰੂਆਤ ਕਰਾਂਗੇ 5-7 ਮਿੰਟ ਤੋਂ ਬਾਅਦ। ਇਹ ਸਮਾਂ ਇਹਨਾਂ ਦਾ ਸਾਰਾ
ਜਿਵੇਂ ਹੋਏਗਾ ਤਾਂ ਬਾਅਦ ਵਿੱਚ ਫਿਰ ਕੋਈ ਕੁਐਸਚਨ ਆਂਸਰ ਹੋਣਗੇ, ਉਸ ਤੋਂ ਬਾਅਦ ਕਲਾਸ ਦੀ ਸਮਾਪਤੀ ਤੋਂ ਬਾਅਦ ਲਵਾਂਗੇ। ਤੋਂ ਭੁੱਲ ਚੁੱਕ ਦੀ ਖਿਮਾ ਜੀ। ਕੋਈ ਵੀ ਕੁਐਸਚਨ ਹੋਵੇ ਹੁਣ ਸਾਰਿਆਂ ਦੇ ਅਨਮਿਊਟ ਜਿਹਦੀ ਜਿਹੜਾ ਹੈਂਡ ਰੇਜ਼ ਕਰੇਗਾ ਉਹਦਾ ਅਨਮਿਊਟ ਕਰ ਦਿੱਤਾ ਜਾਏਗਾ ਮਾਈਕ। ਸੰਜੀਤ ਸਿੰਘ ਜੀ ਸੇਵਾ 'ਚ ਵਿਚਾਰੇ ਲੱਗੇ ਹੋਏ ਆ, ਇਹਨਾਂ ਦੀ ਸੇਵਾ ਲੈਂਦੇ ਰਹੀਦਾ ਹੈ ਤੇ ਸੇਵਾ ਕਰਦੇ ਰਹਿਣ, ਮਾਲਕ ਇਹਨਾਂ ਨੂੰ ਬਖਸ਼ਿਸ਼ ਕਰੇ। ਅਸੀਂ ਤਾਂ ਕਿੰਨੇ ਲੋਕਡਾਊਨ ਜਿਹੜਾ ਹੈ ਖੁੱਲਿਆ ਰਵੇ ਤੇ ਕੰਮ ਕਰੀ ਜਾਣਗੇ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।